ਹਾੜਾਂ ਦੇ ਦੁਪਹਿਰੇ ਗਿਆਨੀ ਗੁਰਦੀਪ ਸਿੰਘ। ਤਾਨ ਸੇਨ ਕੀ ਤਾਨ में सभी तान गलतान अपनी अपनी तान में ਗੁਣ ਗ੍ਰਾਹਕ ਮਸਤਾਨ। ਜੇਠ ਹਾੜ ਦੇ ਦੁਪਹਿਰੇ ਮੇਰੇ ਪਿੰਡ ਦੇ ਲੋਕਾਂ ਲਈ ਪਿਕਨਿਕ ਜਿਹੇ ਮੌਜ ਮੇਲੇ ਦੇ ਦਿਨ ਹੁੰਦੇ ਹਨ। ਇਹੋ ਵੇਲਾ ਹੁੰਦਾ ਹੈ ਜਦੋਂ ਸਵੇਰ ਦੇ ਥੱਕੇ ਮਨ ਦੇ ਵਿਸਰਾਮ ਕਰਦੇ ਇੰਟਰਵਲ ਵਿੱਚ ਕੰਮਾਂ ਧੰਦਿਆਂ ਤੋਂ ਰੁੱਝੇ ਹੋਏ ਨਿਸੱਲ ਹੋ ਕੇ ਮੌਜ ਮੇਲੇ ਕਰਦੇ ਹਨ, ਖੇਡਾਂ ਖੇਡਦੇ ਹਨ, ਗੱਪਾਂ ਭੇੜਦੇ, ਹੱਸਦੇ ਹਸਾਉਂਦੇ ਅਤੇ ਕਿੱਸੇ ਸੁਣ ਕੇ ਆਪਣਾ ਮਨ ਪਰਚਾਉਂਦੇ, ਰੂਹ ਖੁਸ਼ ਕਰਦੇ ਹਨ। ਜਿਹੜੇ 4 ਦਿਨ ਬੁੱਲੇ ਲੁੱਟਣੇ ਨੇ ਆਪਣੇ ਲਈ ਤਾਂ ਉਹੀ ਲਾਹੇ ਦੇ ਨੇ। ਬਥੇਰੀਆਂ ਕਮਾਈਆਂ ਕਰ ਕਰਕੇ ਦੇਖ ਲਈਆਂ ਨੇ, ਇੱਥੇ ਕਿਹੜਾ ਜਵਾਲੇ ਨੇ ਸ਼ਾਹ ਹੋ ਜਾਣਾ। ਪਿੰਡ ਦੀ ਚਤਰ ਗਬਰੀਟ 'ਚੋਂ ਤਾਸ਼ ਦੀ ਬਾਜ਼ੀ ਲਾਉਣ ਲਈ ਤੇੜ ਪਾਇਆ ਖੱਦਰ ਦਾ ਪਰਨਾ ਹੇਠਾਂ ਵਿਛਾਉਂਦਾ ਹੋਇਆ ਨਾਲਦਿਆਂ ਨੂੰ ਪ੍ਰੇਰਨਾ ਦੇਣ ਲਈ ਮਨੋਵਿਗਿਆਨਿਕ ਟਕੋਰ ਮਾਰ ਕੇ ਢਾਣੀ ਵਿੱਚ ਆ ਬੈਠਦਾ ਹੈ। ਇੱਕ ਜਵਾਲੇ ਨੇ ਸ਼ਾਹ ਤੇ ਇੱਕ ਸੁੱਚੇ ਕਾਣੇ ਨੇ ਨੰਬਰਦਾਰ ਨਹੀਂ ਬਣਨਾ, ਬਸ ਗੱਲਾਂ ਦੋਵੇਂ ਪੱਥਰ ਤੇ ਲੇਖ ਸਮ ਛੱਡੋ। ਦੂਜਾ ਗੱਭਰੂ ਕੋਲ ਬੈਠੇ ਨੰਬਰਦਾਰੀ ਦੇ ਹੱਕਦਾਰ ਸੁੱਚੇ ਨਾਲ ਛੇੜਖਾਨੀ ਕਰਨ ਲਈ ਟਕੋਰ ਮਾਰਦਾ ਉੱਥੋਂ ਉੱਠ ਕੇ ਤਾਸ਼ ਖੇਡਣ ਵਾਲਿਆਂ ਵਿੱਚ ਜਾ ਸ਼ਾਮਿਲ ਹੁੰਦਾ ਹੈ। ਲੰਬੜਦਾਰੀ ਮੇਰਾ ਹੱਕ ਹੈ, ਮੈਂ ਮੁਕੱਦਮਾ ਦਿੱਲੀ ਤੱਕ ਨਾ ਲੜਿਆ ਤਾਂ ਮੈਨੂੰ ਸੁੱਚਾ ਸਿਉ ਨਾ ਆਖਣਾ। ਸੁੱਚੇ ਦਾ ਅਣਖੀਲਾ ਜਵਾਬ ਇੱਕ ਵੀ ਤਾਂ ਸਭਾ ਵਿੱਚ ਚੁੱਪ ਵਰਤਾ ਗਿਆ। ਪਾਲਾ ਸਿਆਂ ਆਖੇ ਸੁੱਚਾ ਸਿੰਘ ਵਰਗਾ ਇੱਕ ਚਾਖੜੂ ਆਪਣੀ ਮਾਂ ਨੂੰ ਕਹਿਣ ਲੱਗਿਆ, ਮਾਂ ਜੇ ਗੁਰਨਾਮਾ ਮਰ ਜਾਵੇ ਫਿਰ ਉਦੋਂ ਪਿੱਛੋਂ ਲੰਬੜਦਾਰ ਕੌਣ ਬਣੂ? ਉਸਦੀ ਮਾਂ ਨੇ ਕਿਹਾ, ਉਸਦਾ ਛੋਟਾ ਭਾਈ ਹਰਨਾਮ ਬਣ ਜੂ। ਉਸਨੇ ਕਿਹਾ, ਮਾਂ ਜੇ ਉਹ ਵੀ ਮਰ ਜਾਵੇ ਫਿਰ ਉਹਨਾਂ ਦੇ ਘਰਾਂ ਵਿੱਚੋਂ ਕੋਈ ਹੋਰ ਬੰਦਾ ਬਣ ਜਾਊ। ਮਾਂ ਜੇ ਉਹਨਾਂ ਦੇ ਘਰਾਂ ਵਿੱਚੋਂ ਵੀ ਸਾਰੇ ਲੋਕ ਮਰ ਜਾਣ ਫਿਰ ਪੁੱਤ ਉਹਨਾਂ ਦੀ ਪੱਤੀ ਵਿੱਚੋਂ ਕੋਈ ਬੰਦਾ ਬਣ ਜਾਊ। ਸੁੱਚੇ ਦੇ ਮੁਕੱਦਮਾ ਲੜਨ ਵਾਂਗੂ ਉਹ ਵੀ ਢੀਠ ਸੀ, ਪੁੱਛਣੋਂ ਹਟਿਆ ਹੀ ਨਹੀਂ। ਫਿਰ ਕਹਿੰਦਾ, ਮਾਂ ਜੇ ਉਸਦੀ ਪੱਤੀ ਦੇ ਸਾਰੇ ਲੋਕ ਮਰ ਜਾਣ? ਕਹਿੰਦੇ ਜਦੋਂ ਉਸਨੂੰ ਕਿਸੇ ਗੱਲੋਂ ਖਹਿੜਾ ਛੱਡਦਾ ਹੀ ਨਾ ਦੇਖਿਆ, ਬੁੱਢੀ ਮਾਂ ਨੇ ਖਿੱਚ ਕੇ ਜਵਾਬ ਦਿੱਤਾ, ਪੁੱਤਰਾ ਭਾਵੇਂ ਸਾਰਾ ਪਿੰਡ ਮਰ ਜਾਏ ਤੈਨੂੰ ਲੰਬੜਦਾਰੀ ਕਿਸੇ ਨੇ ਨਹੀਂ ਦੇਣੀ। ਸੁੱਚੇ ਨੂੰ ਪੇਸ਼ੇ ਜਾਣ ਦਾ ਸ਼ੌਂਕ ਹੈ, ਲੈ ਸਾਡੀ ਵੀ ਗੱਲ ਦੇਖ ਲਈ, ਲੰਬੜਦਾਰੀ ਇਸਨੂੰ ਨਹੀਂ ਮਿਲਣੀ। ਇੱਕ ਕੋਲ ਬੈਠਾ ਨਗੋਚੀ ਆਪਣੀ ਸਿਆਣਪ ਦਾ ਰੋਹਬ ਜਮਾਊ ਢੰਗ ਵਰਤ ਛੱਡਦਾ ਹੈ। ਚੁੱਪ ਕਰ ਓਏ ਸ਼ਰਨ ਸਿਆਂ, ਤੈਨੂੰ ਸਾਰਾ ਦਿਨ ਚੱਖਾ ਮੱਖੀ ਹੀ ਰਹਿੰਦੀ ਏ, ਸੁੱਚਾ ਤੇਰੇ ਪਿਓਾਂ ਵਰਗਾ। ਇੱਕ ਸਿਆਣਾ ਆਦਮੀ ਵਿੱਚੋਂ ਗੱਲ ਟੁੱਕ ਦਿੰਦਾ ਹੈ ਤਾਂ ਜੋ ਤਲਖੀ ਨਾ ਵਧੇ। ਮੈਂ ਐਵੇਂ ਤਾਂ ਨਹੀਂ ਚਾਚਾ ਜੀ ਕਹਿੰਦਾ, ਮੈਨੂੰ ਪਤਾ ਏ ਹੱਕ ਇਸ ਦਾ ਏ, ਇਹ ਤਾਂ ਐਵੇਂ ਗੱਲ ਚੱਲ ਪਈ ਸੀ। ਸ਼ਰਨ ਸਿੰਘ ਨੇ ਸਾਊਆਂ ਵਾਂਗ ਕਿਹਾ। ਅੱਛਾ ਸੁੱਚਾ ਸਿਆਂ ਗੱਲ ਸੁਣਾ, ਤੂੰ ਸ਼ਹਿਰ ਗਿਆ ਸੀ, ਸੁਣਿਆ ਆਖੇ ਸ਼ਹਿਰਾਂ 'ਚ ਆਜ਼ਾਦੀ ਬੜੀ ਆਈ ਫਿਰਦੀ ਏ। ਇੱਕ ਨੇ ਕੂਣੀ ਮਾਰ ਕੇ ਨਵੀਂ ਗੱਲ ਛੇੜੀ, ਆਜ਼ਾਦੀ ਕਾਹਦੀ ਆਈ ਐ ਨੈਣਿਆ, ਆਪਣੇ ਜ਼ਮਾਨੇ ਦੀ ਤਾਂ ਬਸ ਪੱਟੀ ਮੇਸ ਹੋ ਚੱਲੀਏ। ਆਪਣੇ ਪਿੰਡ ਤਾਂ ਕੋਈ ਬਹੂ ਘੱਗਰਾ ਨਾ ਪਾਵੇ, ਘੁੰਡ ਨਾ ਕੱਢੇ 100 ਵਿਚਾਰਾਂ ਹੋਣ ਲੱਗ ਜਾਂਦੀਆਂ ਨੇ। ਸ਼ਹਿਰਾਂ ਵਿੱਚ ਤਾਂ ਬਈ ਇਉਂ ਲੱਗਦਾ ਜਿਵੇਂ ਕੋਈ ਵਿਚਾਰ ਵਾਲਾ ਬੰਦਾ ਹੀ ਨਹੀਂ ਹੁੰਦਾ। ਜਦੋਂ ਵੱਡਾ ਚੌਧਰੀ ਜਿਉਂਦਾ ਹੁੰਦਾ ਸੀ, ਕਿਸੇ ਬਹੂ ਦੀ ਕੀ ਮਜਾਲ ਸੀ ਵੀ ਬਿਨਾਂ ਘੱਗਰਾ ਪਾਏ ਖੇਤ ਰੋਟੀ ਲੈ ਕੇ ਜਾਏ ਜਾਂ ਪਾਣੀ ਦੇ ਘੜੇ ਨੂੰ ਘਰੋਂ ਬਾਹਰ ਨਿਕਲੇ। ਕਹਿੰਦੇ ਇੱਕ ਵਾਰੀ ਕਿਸੇ ਦੀ ਬਹੂ ਬਿਨਾਂ ਲਹਿੰਗੇ ਦੇ ਦਰਵਾਜ਼ੇ ਦੀ ਵਿੱਚ ਦੀ ਲੰਘੀ। ਚੌਧਰੀ ਨੇ ਸਾਰਾ ਟੱਬਰ ਸੱਦ ਬਹਾਇਆ, ਤੁਸੀਂ ਇਹ ਦੱਸੋ ਇਹ ਤੁਹਾਡੀ ਧੀ ਹੈ ਕਿ ਬਹੂ? ਹੁਣ ਸ਼ਹਿਰਾਂ 'ਚ ਪਤਾ ਨਹੀਂ ਕੀ ਭਾਵੀ ਵਰਤ ਗਈ ਹੈ, ਇਉਂ ਲੱਗਦਾ ਜਿਵੇਂ ਬਸ ਸਾਰੇ ਤੀਵੀਆਂ ਦੀ ਹੀ ਚੱਲਦੀ ਹੈ। ਸਾਡੇ ਇੱਕ ਦਿਨ ਸੰਬੰਧੀ ਆਏ, ਉਹਨਾਂ ਨੇ ਦੱਸਿਆ ਕਿ ਸ਼ਹਿਰਾਂ ਦੇ ਨੇੜੇ ਪਿੰਡਾਂ ਵਿੱਚ ਆਜ਼ਾਦੀ ਨੇ ਬੜੇ ਕਾਰੇ ਕੀਤੇ ਹਨ। ਕੁੜੀਆਂ ਦੇ ਤਾਂ ਮੂੰਹ ਪਾੜ ਛੱਡੇ ਨੇ, ਜਿਨ੍ਹਾਂ ਦੇ ਮੂੰਹਾਂ ਵਿੱਚ ਬੋਲ ਨਹੀਂ ਸੀ। ਵੱਡਿਆਂ ਨੂੰ ਗੱਲ ਨਹੀਂ ਕਰਨ ਦਿੰਦੀਆਂ, ਕੱਪੜੇ ਲੀੜੇ ਇਹੋ ਜਿਹੇ ਪਾਉਂਦੀਆਂ ਨੇ, ਸਿਆਣ ਨਹੀਂ ਆਉਂਦੀਆਂ ਪਿੰਡ ਦੀ ਧੀ ਹੈ ਕਿ ਨੂੰਹ। ਇੱਕ ਕੁੜੀ ਸ਼ਹਿਰ ਦੇ ਵੱਡੇ ਸਕੂਲ ਵਿੱਚ ਪੜ੍ਹਦੀ ਪਿੰਡ ਆਈ, ਉਸਦੀ ਅੜਕ ਮੜਖੀ ਨਾ ਚੱਲੀ ਜਾਵੇ। ਦਰਵਾਜ਼ੇ ਵਿੱਚੋਂ ਦੀ ਲੰਘੀ ਜਾਂਦੀ ਕੁੜੀ ਨੂੰ ਪੁੱਛਿਆ, ਬੀਬੀ ਤੂੰ ਇਸ ਪਿੰਡ ਦੀ ਨੂੰਹ ਹੈ ਕਿ ਧੀ? ਕੁੜੀ ਨੇ ਝੱਟ ਮੋੜ ਮੇ ਬੋਲਾਂ ਵਿੱਚ ਕਿਹਾ, ਹਾਂ ਤਾਂ ਧੀ, ਪਰ ਰਹਿੰਦੀ ਨੂੰਹਾਂ ਨਾਲੋਂ ਵੀ ਵੱਧ ਹਾਂ। ਨੈਣਾ ਢਿੱਲਾ ਜਿਹਾ ਹੋ ਕੇ ਬੋਲਿਆ, ਇਉਂ ਲੱਗਦਾ ਹੈ ਹੁਣ ਤਾਂ ਸਾਰੇ ਬੰਦੇ ਰੰਨਾਂ ਦੇ ਗੁਲਾਮ ਹੋ ਗਏ ਨੇ, ਨੀਰੇ ਜੋਰੂ ਮੁਰੀਦ। ਇਹ ਆਜ਼ਾਦੀ ਕਾਹਦੀ ਆਈ ਹੈ ਚਾਚਾ, ਸ਼ਹਿਰਾਂ ਵਿੱਚ ਤਾਂ ਉਈਓ ਪਟਮੇਲੀ ਪੈ ਗਈ ਏ। ਮਜਾਲ ਹੈ ਕਿ ਕੋਈ ਕੁੜੀ ਸਿਰ ਤੇ ਲੀੜਾ ਲਵੇ, ਪਤਾ ਨਹੀਂ ਹਵਾ ਦਾ ਕੀ ਉਲਟਾ ਫੇਰ ਚੱਲਿਆ ਹੈ। ਪੁਰਾਣੇ ਜ਼ਮਾਨਿਆਂ ਵਿੱਚ ਜਿਹੜੀ ਰੰਡੀ ਹੋ ਜਾਂਦੀ ਸੀ ਸਿਰੋਂ ਨੰਗੀ ਹੋਈ ਕਹਿੰਦੇ ਸਨ, ਹੁਣ ਤਾਂ ਸਾਰੀਆਂ ਹੀ ਸਿਰੋਂ ਨੰਗੀਆਂ ਹੋਈਆਂ ਫਿਰਦੀਆਂ ਨੇ। ਲੈ ਦੱਸ ਬੰਦਾ ਕੀ ਕਰੇ? ਸੁੱਚਿਆ ਸੁਣਿਆ ਚੰਡੀਗੜ੍ਹ ਤਾਂ ਮੋਟਰ ਕਾਰਾਂ ਨੂੰ ਤੀਵੀਆਂ ਕੱਲੀਆਂ ਦੁਕੱਲੀਆਂ 'ਚ ਦਬੱਲੀ ਫਿਰਦੀਆਂ ਨੇ। ਓਏ ਉੱਥੇ ਤਾਂ ਤੀਵੀਆਂ ਕੱਪੜੇ ਵੀ ਐਵੇਂ ਮਾੜਾ ਜਿਹਾ ਨੰਗ ਢੱਕਣ ਜੋਗੇ ਪਾਉਂਦੀਆਂ ਨੇ,
ਕਹਿੰਦੇ ਦਿੱਲੀ ਕਲਕੱਤੇ ਵਿੱਚ ਤਾਂ ਇਹ ਕੰਮ ਇਦੋਂ ਵੀ ਅੱਗੇ ਲੰਘਿਆ ਪਿਆ ਏ। ਬੰਬਈ ਤਾਂ ਸਭ ਤੋਂ ਗਾਹਾਂ ਹੈ, ਜਿੱਥੋਂ ਆਹ ਫਿਲਮਾਂ ਬਣ ਕੇ ਆਉਂਦੀਆਂ ਨੇ, ਜਿਨ੍ਹਾਂ ਵਿੱਚ ਕੰਜਰਖਾਨਾ ਹੁੰਦਾ ਦੇਖਿਆ ਨਹੀਂ ਜਾਂਦਾ। ਬੇਸ਼ਰਮ ਸ਼ਹਿਰੀਏ ਸਾਰਾ ਟੱਬਰ ਰਲ ਕੇ ਦੇਖਦੇ ਨੇ, ਨਾਲ ਧੀਆਂ ਤੇ ਨੂੰਹਾਂ, ਨਾਲ ਬੁੱਢੇ ਬੁੱਢੀਆਂ। ਹੁਣ ਪਿੰਡਾਂ ਵਿੱਚ ਵੀ ਇਹ ਰੋਗ ਗੇੜੇ ਮਾਰਨ ਲੱਗ ਪਿਆ। ਕਹਿੰਦੇ ਹਨ ਇੱਕ ਕੰਜਰਲ ਪ੍ਰੋਗਰਾਮ ਹੁੰਦਾ ਏ। ਕੰਜਰਲ ਨਹੀਂ ਓਏ, ਕਲਚਰਲ ਕਹਿ ਓਏ। ਹੋ ਭਾਊ ਤੇਰੇ ਵਰਗਿਆਂ ਲਈ, ਸਾਨੂੰ ਤਾਂ ਕੰਜਰਖਾਨਿਆਂ ਤੋਂ ਵੀ ਅਗਾਹਾਂ ਲੰਘਿਆ ਦਿਸਦਾ ਏ। ਸਿਰਾਂ ਤੇ ਖੁੱਲੀਆਂ ਲਟੂਰੀਆਂ, ਢਿੱਡ ਨੰਗੇ, ਬਾਹਾਂ ਨੰਗੀਆਂ, ਪੱਟਾਂ ਤੱਕ ਲੱਤਾਂ ਨੰਗੀਆਂ। ਜਿੱਧਰ ਨੂੰ ਜੀ ਕਰਦਾ ਹਰਿਆਊ ਢਾਂਡੀ ਵਾਂਗੂ ਕੰਨ ਪਾਟਿਆਂ ਜਿਹਾਂ ਨਾਲ ਖੁੱਲੇ ਮੂੰਹ ਟਪੂਸੀਆਂ ਮਾਰਦੀਆਂ ਫਿਰੀ ਜਾਂਦੀਆਂ ਨੇ, ਜਿਵੇਂ ਕੋਈ ਪੁੱਛ ਗਿੱਛ ਵਾਲਾ ਹੀ ਨਹੀਂ ਹੁੰਦਾ। ਸਿਆਣੇ ਐਵੇਂ ਤਾਂ ਨਹੀਂ ਕਹਿੰਦੇ ਬਈ ਕਲਯੁਗ ਵਿੱਚ ਤੀਵੀਆਂ ਦਾ ਰਾਜ ਹੋਵੇਗਾ, ਬੰਦੇ ਜੋਰੂ ਦੇ ਗੁਲਾਮ ਹੋਣਗੇ। ਵੱਡੇ ਟੋਪਾਂ ਵਾਲੇ ਸ਼ਿਵ ਜੀ ਦੇ ਜੰਗਮ ਗਾਉਂਦੇ ਤੇ ਮੰਗਦੇ ਫਿਰਦੇ ਸਾਧੂ ਹੁਣ ਤੱਕ ਕਹਿੰਦੇ ਆ ਰਹੇ ਨੇ, ਮਾਵਾਂ ਦੀ ਥਾਂ ਬਾਪੂ ਦੁੱਧ ਪਿਆਉਣਗੇ, ਕੁੱਛੜ ਬੱਚੇ ਚੁੱਕ ਕੇ ਗਾਣੇ ਗਾਉਣਗੇ, ਬੰਦਿਆਂ ਦੇ ਲੱਤ ਮਾਰ ਕੇ ਤੀਵੀਂ ਪੁੱਠਾ ਸਿੱਟੇਗੀ, ਬਹੁਤਾ ਔਖਾ ਹੋਇਆ ਫੜ ਗਲ ਘੁੱਟੇਗੀ, ਪਾਰਬਤੀ ਸੁਣ ਸੁਣ ਕੇ ਬੈਠੀ ਪਿੱਟੇਗੀ, शिव शंभू जी भली करेंगे सब दुनिया के पाप हरेंगे। ਜਿਹੜੀਆਂ ਗੱਲਾਂ ਸੁਣਦੇ ਹੁੰਦੇ ਸਾਂ ਲੈ ਜਿਉਂਦੇ ਜੀ ਅੱਖੀ ਵੀ ਦੇਖ ਲੀਆਂ ਨੇ। ਹੁਣ ਭਲਾ ਕੋਈ ਕਸਰ ਰਹਿ ਗਈ ਹੈ? ਜੇ ਬੰਦਿਆਂ ਵਿੱਚ ਜਿੰਦ ਜਾਨ ਹੋਵੇ ਤਾਂ ਤੀਵੀਆਂ ਇਉਂ ਪੁੱਤਰੀਆਂ ਫਿਰਨ, ਕੀ ਹਾਲ ਕਰਨ ਲੱਗੀਆਂ ਹੋਈਆਂ ਨੇ। ਓਏ ਦੇਖਿਆ ਭਾਈ, ਆਜ਼ਾਦੀ ਤਾਂ ਤੀਵੀਆਂ ਲਈ ਸਮਝੋ ਆਈ ਹੈ, ਦਿਨਾਂ ਵਿੱਚ ਹੀ ਤੌਰ ਭੌਰ ਬਦਲ ਗਏ ਹਨ। ਆਜ਼ਾਦੀ ਤੋਂ ਪਹਿਲਾਂ ਤੀਵੀਆਂ ਨੂੰ ਕੌਣ ਪੁੱਛਦਾ ਸੀ? ਹੁਣ ਤਾਂ ਬਰਾਬਰ ਦੀ ਕਹਿ ਕੇ ਲੰਘਦੀਆਂ ਨੇ। ਪਹਿਲਾਂ ਮਾਪਿਆਂ ਦੇ ਘਰੀ ਧੀ ਧਿਆਣੀਆਂ ਝੂਠ ਕੂਟ ਨਾਲ ਪਾਲਦੀਆਂ ਸੀ, ਦਿਨ ਰਾਤ ਕੰਮ ਧੰਦਾ ਕਰਦੀਆਂ ਰਹਿੰਦੀਆਂ। ਵਿਆਹੀਆਂ ਜਾਂਦੀਆਂ ਉਹ ਕੁਝ ਸਹੁਰਿਆਂ ਦਾ ਕੰਮ ਗਲ ਪੈ ਜਾਂਦਾ, ਡੰਗਰ ਸਾਹਮਣੇ, ਘਰ ਦਾ ਕੰਮ ਧੰਦਾ ਕਰਨਾ, ਪੌ ਫੁੱਟੀ ਤੋਂ ਲੈ ਦੁੱਧ ਰਿੜਕਣੇ, ਚੱਕੀ ਪੀਣੀ, ਕਪਾਹ ਬੇਲਣੀ, ਗੋਹਾ ਕੂੜਾ ਇਕੱਠਾ ਕਰਦਿਆਂ ਦੀ ਉਮਰ ਲੰਘ ਜਾਂਦੀ ਸੀ। ਛੱਡੋ ਹੀ ਨਿਆਣਿਆਂ ਪੁਰਾਣੀਆਂ ਗੱਲਾਂ। ਉਦੋਂ ਫੰਨੇ ਖਾਂ ਵਾਂਗਰੂ ਊਈ 500 ਨੂੰ ਆ ਜਾਂਦੀ ਸੀ। ਹੁਣ ਤਾਂ ਤੇਰੀਆਂ ਪਤੰਦਰਨੀਆਂ ਕਈ ਆਪ ਹੀ 2,5-3 ਹਜ਼ਾਰ ਤਨਖਾਹ ਦਾ ਲੈਂਦੀਆਂ ਨੇ। ਉੱਪਰਲੀ ਕਮਾਈ ਤੇ ਸੁੱਖ ਵੱਖਰੇ। ਸਿਆਣੇ ਐਵੇਂ ਤਾਂ ਨਹੀਂ ਕਹਿ ਗਏ 12 ਵਰ੍ਹਿਆਂ ਪਿੱਛੋਂ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਏ। ਤੀਵੀਂ ਤਾਂ ਫੇਰ ਭਾਈ ਮਰਦ ਦਾ ਅੱਧ ਹੋਈ। ਚੰਗਾ ਹੋਇਆ ਬੰਦਿਆਂ ਨੂੰ ਵੀ ਇੱਕ ਝਟਕਾ ਲੱਗਿਆ। ਜਮਾਦਾਰ ਕਰਮ ਸਿੰਘ ਨੇ ਗੱਲ ਵਿੱਚ ਖਲਲ ਪਾ ਕੇ ਹਵਾ ਦਾ ਰੁੱਖ ਤੀਵੀਆਂ ਦੇ ਪੱਖ ਵਿੱਚ ਮੋੜਿਆ। ਅੱਛਾ ਜਮਾਦਾਰਾ, ਫੌਜਾਂ ਵਿੱਚ ਸੂਬੇਦਾਰਨੀਆਂ ਵੀ ਬਣ ਗਈਆਂ ਨੇ? ਨੈਣੇ ਨੇ ਟੋਕ ਕੀਤੀ। ਜੇ ਨਹੀਂ ਬਣੀਆਂ ਤਾਂ ਬਣ ਜਾਣਗੀਆਂ। ਪੁਲਿਸ ਤਾਂ ਜਨਾਨੀਆਂ ਦੀ ਬਰਾਬਰ ਖੜੀ ਹੋ ਗਈ। ਫੌਜਾਂ ਵਿੱਚ ਡਾਕਟਰਨੀਆਂ, ਨਰਸਾਂ ਸਭ ਤੀਵੀਆਂ ਹੀ ਹੋ ਗਈਆਂ। ਮੋਟਰਾਂ ਚਲਾਉਂਦੀਆਂ, ਜਹਾਜ਼ਾਂ 'ਚ ਪਾਇਲਟ ਬਣ ਕੇ ਬਹਿੰਦੀਆਂ ਹਨ। ਜਮਾਦਾਰਾ, ਸੁਣਿਆ ਕਈ ਵੱਡੀਆਂ ਕਚਹਿਰੀਆਂ ਵਿੱਚ ਵੀ ਤੀਵੀਆਂ ਜੱਜਣੀਆਂ ਲੱਗੀਆਂ ਹੋਈਆਂ ਨੇ। ਨੈਣੇ ਨੇ ਮੂੰਹ ਵਿੱਚੋਂ ਲਾਰਾਂ ਵਗਾਉਂਦਿਆਂ ਗੱਲ ਪੱਕੀ ਕਰਨੀ ਚਾਹੀ। ਭਈ ਚਲੋ ਕਿਸੇ ਮੁਕੱਦਮੇ ਵੇਲੇ ਕਿਸੇ ਸਜੀ ਤੇ ਤੀਵੀਂ ਦੇ ਦਰਸ਼ਨ ਮੇਲੇ ਤਾਂ ਕਰ ਹੀ ਲਵਾਂਗੇ। ਕਹਿੰਦੇ ਹਨ ਕੁਰਸੀ ਉੱਤੇ ਬੈਠੀ ਤੀਵੀਂ ਦਾ ਬੜਾ ਰੋਬ ਹੁੰਦਾ ਹੈ। ਓਏ ਜੱਜਣੀਆਂ ਨਹੀਂ ਜੱਜ ਲੱਗੀਆਂ ਹੋਈਆਂ ਨੇ। ਓਏ ਜੱਜਣੀਆਂ ਤਾਂ ਜੱਜਾਂ ਦੇ ਘਰ ਵਾਲੀਆਂ ਨੂੰ ਕਹਿੰਦੇ ਨੇ। ਜੱਜ ਤਾਂ ਬੰਦਿਆਂ ਨੂੰ ਕੈਦਾਂ ਕਰਦੀਆਂ ਤੇ ਫਾਂਸੀ ਦਿੰਦੀਆਂ ਨੇ। ਘਰੇ ਬੈਠੀਆਂ ਹੀ ਅਹੁਦੇਦਾਰ ਨਹੀਂ ਬਣ ਬੈਠੀਆਂ ਕਿ ਅਗਲਾ ਹਮਾਤੜ ਫੌਜ ਵਿੱਚ ਜਾਨ ਮਾਰ ਕੇ ਕਰਨੈਲ ਬਣਦਾ ਏ। ਤੀਵੀਂ ਘਰ ਵਿੱਚ ਬੈਠੀ ਕਰਨੈਲਣੀ ਹੋ ਜਾਂਦੀ ਹੈ। ਇਉਂ ਆਪੇ ਨਹੀਂ ਬਣ ਜਾਂਦੀਆਂ। ਉਹ ਤਾਂ ਸਾਰੇ ਇਮਤਿਹਾਨ ਪਾਸ ਕਰਕੇ ਪੜ੍ਹਾਈ ਦੇ ਨੰਬਰ ਵੱਧ ਲੈ ਕੇ ਜੱਜ ਲੱਗਦੀਆਂ ਨੇ। ਲੈ ਤੀਵੀਆਂ ਨੂੰ ਨੰਬਰਾਂ ਦਾ ਕਾਹਦਾ ਘਾਟਾ? ਇਹ ਤਾਂ ਜਾਤ ਹੀ ਐਸੀ ਹੈ। ਤੀਵੀਂ ਮੰਗੇ ਪੇੜੇ, ਉਹਨੂੰ ਦੇਣ ਵਾਲੇ ਬਥੇਰੇ। ਮਰਦ ਮੰਗੇ ਆਟਾ, ਉਹਨੂੰ ਆਟਿਓ ਵੀ ਘਾਟਾ। ਸੱਚ ਝੂਠ ਤਾਂ ਜਮਾਦਾਰਾ ਤੈਨੂੰ ਪਤਾ ਹੋਊ। ਇੱਕ ਗੱਲ ਸੁਣੀਏ। ਕਹਿੰਦੇ ਦਿੱਲੀ ਵਿੱਚ ਇੱਕ ਮੁਸ਼ਟੰਡੇ ਨੂੰ ਜਦੋਂ ਜੱਜਣੀ ਨੇ 3 ਸਾਲ ਦੀ ਕੈਦ ਦਾ ਹੁਕਮ ਦਿੱਤਾ, ਅਖੇ ਉਹ ਵੈਲੀ ਉੱਚੀ ਉੱਚੀ ਬੌਲਿਆਂ ਵਾਂਗੂ ਹੱਸ ਪਿਆ। ਜੱਜਣੀ ਨੇ ਪੁੱਛਿਆ, ਹੱਸਦਾ ਕਿਉਂ ਹੈ? ਕਹਿੰਦੇ ਬਦਮਾਸ਼ ਨੇ ਕਿਹਾ, ਇਹ ਤਾਂ ਤੂੰ ਮੈਨੂੰ ਕੈਦ ਹੀ ਕੀਤੀ ਹੈ। ਮੇਰੇ ਤਾਂ ਬੜੇ ਹੀ ਚੰਗੇ ਭਾਗ ਹੁੰਦੇ ਜੇ ਮੈਂ ਤੇਰੇ ਸੋਹਣੇ ਹੱਥੋਂ ਵਿੱਚ ਚੱਲਦੀ ਸੋਨੇ ਦੀ ਕਲਮ ਤੋਂ ਫਾਂਸੀ ਲੱਗ ਜਾਂਦਾ। ਕਹਿੰਦੇ ਜੱਜਣੀ ਮੁਸਕੜੀਏ ਹੱਸੇ। ਨੈਣੇ ਨੇ ਆਪਣੇ ਵਿਅੰਗ ਦਾ ਤੋੜਾ ਝਾੜਦਿਆਂ ਕਿਹਾ, ਨੈਣਾ ਸਿਆਂ ਪੁਰਾਣੇ ਜ਼ਮਾਨੇ ਹੁਣ ਲੱਦ ਗਏ ਨੇ। ਜੇ ਤੇਰੇ ਜੇ ਹਾੜੂ ਸ਼ੌਕੀਨ ਸ਼ਹਿਰਾਂ ਵਿੱਚ ਹੋਏ ਤਾਂ ਕਹਿਣ ਜਿੱਥੇ ਤੀਵੀਆਂ ਮੋਟਰ ਚਲਾਉਂਦੀਆਂ ਐ। ਸਾਡਾ ਤਾਂ ਇੱਥੇ ਭਾਈ ਹੇਠਾਂ ਆ ਕੇ ਮਰਨ ਨੂੰ ਜੀ ਕਰਦਾ ਹੈ। ਇਉਂ ਤਾਂ ਵੱਡੇ ਸ਼ਹਿਰਾਂ ਦੀਆਂ ਸੜਕਾਂ 'ਤੇ ਇੱਕ ਦਿਨ ਬੰਦਿਆਂ ਦੀਆਂ ਲੋਥਾਂ ਹੀ ਲੋਥਾਂ ਹੋ ਜਾਣ। ਹੁਣ ਤੀਵੀਂ ਪਹਿਲਾਂ ਵਾਂਗ ਮੱਕੀ ਦੀ ਟੁੱਕ ਨਹੀਂ ਰਹੀ, ਜਿਸ ਨੂੰ ਅੰਦਰ ਰੱਖੀ ਚੂਹੇ ਤੇ ਬਾਹਰ ਕੱਢੀ ਨੂੰ ਕਾਂ ਪੈ ਜਾਂਦੇ ਸਨ। ਹੁਣ ਤਾਂ ਸਾਰੀ ਦੁਨੀਆ ਵਿੱਚ ਤੀਵੀਆਂ ਮਰਦਾਂ ਦੇ ਨਾਲ ਮੋਢਾ ਡਾ ਕੇ ਸਾਰੇ ਕੰਮ ਬਰਾਬਰ ਕਰਦੀਆਂ ਹਨ। ਬਸ ਆਹ ਮੋਢੇ ਨਾਲ ਮੋਢਾ ਡਾਉਣ ਨੇ ਪੱਟੀ ਦੁਨੀਆ।
ਚੰਗਾ ਭਾਈ ਲੁੱਟੋ ਮੌਜਾਂ ਤੁਸੀਂ, ਅਸਾਂ ਤੋਂ ਤਾਂ ਇਹ ਕਜੇ ਦੇਖੇ ਨਹੀਂ ਜਾਂਦੇ। ਆਪਾਂ ਤਾਂ ਮਾਵਾ ਪਾਣੀ ਛੱਕ ਕੇ 4 ਢਾਈਆਂ ਬਾਣ ਦੀਆਂ ਪਾ ਲਈਆਂ, 5-7 ਸਣ ਦੇ ਕਰਨੇ ਮਿਲੇ ਉਹ ਕੱਢ ਛੱਡੇ। ਮੁੰਝ ਕੁੱਟਣੀ ਹੋਈ 2 ਜੋੜੀਆਂ ਉਸਦੀਆਂ ਭੰਨ ਛੱਡੀਆਂ। ਬਸ ਆਪਣਾ ਤਾਂ ਇਹੋ ਜੀ ਪਰਚਾਵਾ ਏ, ਇਹੀ ਸ਼ਹਿਰ ਦੀ ਸੌਰ ਹੈ। ਘੁੱਗੀ ਕੀ ਜਾਣੇ ਸਤਿਗੁਰਾਂ ਦੀਆਂ ਬਾਤਾਂ। ਆਪਾਂ ਪਾਲਾ ਸਿਆਂ ਕੀ ਲੈਣਾ ਇਹੋ ਜੀਆਂ ਗੱਲਾਂ ਤੋਂ। ਦੁਨੀਆ ਕੱਲ ਨੂੰ ਨਿੱਗਰਦੀ, ਆਪਣੇ ਵੱਲੋਂ ਭਾਵੇਂ ਹੁਣੇ ਨਿੱਗਰ ਜਾਵੇ। ਆਪਣੇ ਕਿਹੜਾ ਹਰਨਾਮ ਕੌਰ ਨੇ ਕੀਰਨੇ ਪਾਉਣੇ ਨੇ। ਨੈਣੇ ਨੇ ਪਾਲੇ ਅਮਲੀ ਨੂੰ ਆਪਣੀ ਪਾਰਟੀ ਵਿੱਚ ਰਲਾਉਣ ਲਈ ਦੋਹਾਂ ਦੇ ਛੜੇ ਹੋਣ ਦੀ ਸਾਂਝਾ ਜਗਾਊ ਵੰਗਾਰ ਪਾਈ। ਮੈਂ ਦੱਸਾਂ ਤੈਨੂੰ ਨੈਣ ਸਿਆਂ, ਦੁਨੀਆ ਵਿੱਚ ਜਿਹੜਾ ਸੁਰਗ ਦਾ ਝੂਟਾ ਇਸ ਕਾਲੀ ਕਮਾਣੀ ਦੀ ਸਵਾਰੀ ਕੀਤਿਆਂ ਆਉਂਦਾ ਹੈ, ਉਸ ਤੋਂ ਹੋਰ ਗੱਲਾਂ ਸਭ ਹੇਠ ਨੇ। ਇੱਕ ਵਾਰ ਤਾਂ ਜਦੋਂ ਸਰੀਰ ਕੰਢੇ ਤੇ ਹੁੰਦਾ ਏ, ਬਸ ਦਿਨੇ ਹੀ ਤਾਰੇ ਵਿਖਾ ਛੱਡਦੀ ਹੈ। ਸਿਆਣਿਆਂ ਨੇ ਸੱਚ ਕਿਹਾ ਹੈ, ਭੰਗ ਕਹੇ ਮੈਂ ਰੰਗ ਬਰੰਗੀ, ਪੋਸਤ ਕਹੇ ਮੈਂ ਸ਼ਾਹਜਹਾਂ, ਅਫੀਮ ਕਹੇ ਮੈਂ ਚਿਮਨੀ ਬੇਗਮ, ਮੈਨੂੰ ਛੱਡ ਕੇ ਜਾਊ ਕਹਾਂ। ਇਸ ਚਿਮਨੀ ਬੇਗਮ ਫੀਮ ਨਾਲ ਜਿਹਦੀ ਪ੍ਰੀਤ ਪੈ ਗਈ ਹੈ, ਹੱਡਾਂ ਨਾਲ ਹੀ ਨਿਭਦੀ ਹੈ, ਜ਼ਿੰਦਗੀ ਦਾ ਸਹਾਰਾ ਬਣ ਜਾਂਦੀ ਹੋਈ। ਸਿਆਣੇ ਕਹਿੰਦੇ ਹੁੰਦੇ ਨੇ, ਅਮਲੀ ਤਾਂ ਰੱਬ ਦੇ ਲਾਡਲੇ ਪੁੱਤ ਹੁੰਦੇ ਨੇ। ਜਿਨ੍ਹਾਂ ਨੇ ਅਮਲ ਨਹੀਂ ਖਾਧਾ ਉਹ ਕੀ ਜਾਣਨ ਅਮਲਾਂ ਦੇ ਹੁਲਾਰੇ। ਅਮਲੀਆਂ ਦੀਆਂ ਕਿਤੇ ਕੋਈ ਰਿਸਾਂ ਨੇ। ਇੱਕ ਵਾਰੀ ਦੀ ਗੱਲ ਹੈ, ਕਹਿੰਦੇ ਅਮਲੀਆਂ ਨੇ ਖੂਹ ਖਿੱਚ ਕੇ ਛਾਵੇਂ ਕਰ ਲਿਆ ਸੀ। ਨੈਣਾ ਸਿਆਂ ਬਈ ਇਹ ਗੱਲ ਦੱਸ ਕਿਵੇਂ ਹੈ। ਗੱਲ ਇਉਂ ਆ, ਕਹਿੰਦੇ ਇੱਕ ਵਾਰੀ ਅਮਲੀਆਂ ਦੀ ਢਾਣੀ ਨੁੱਕਲ ਪਾਣੀ ਛਕ ਰਹੀ ਸੀ। ਜਿਸ ਖੂਹ ਦੀ ਮੌਣ ਤੇ ਬੈਠੇ ਸੀ, ਸੂਰਜ ਉਤਾਂਹ ਚੜ੍ਹ ਆਉਣ ਤੇ ਉੱਥੇ ਧੁੱਪ ਆ ਗਈ। ਅਮਲੀਆਂ ਨੇ ਮਤਾ ਪਕਾਇਆ, ਬਈ ਹੋਵੇ ਨਾ ਕਿਉਂ ਨਾ ਖੂਹ ਖਿੱਚ ਕੇ ਛਾਵੇਂ ਕਰ ਲਈਏ। ਸਾਡੇ ਪਿੰਡ ਦੇ ਰਸੇ ਪੈੜੇ ਲੈ ਕੇ ਲਾਸਾਂ ਪਾ ਕੇ ਜਿਉਂ ਖੂਹ ਖਿੱਚਣ ਲੱਗੇ, ਕਹਿੰਦੇ ਛਾਵੇਂ ਕਰਕੇ ਹੀ ਛੱਡਿਆ। ਛਾਵੇਂ ਕੀ ਕਰਨਾ ਸੀ। ਉਹ ਜਿਉਂ-ਜਿਉਂ ਲਾਸਾਂ ਖਿੱਚਣ, ਉੱਧਰ ਖੜਾ ਇੱਕ ਦਰਖਤ ਦਾ ਪਰਛਾਵਾਂ ਹੌਲੀ-ਹੌਲੀ ਖੂਹ ਵੱਲ ਨੂੰ ਢਲਦਾ ਜਾਵੇ। ਆਮਲੀ ਛਾਉਂ ਮਿਣ-ਮਿਣ ਕੇ ਵਈ ਛਾਉਂ ਅਤੇ ਖੂਹ ਦੀ ਵਿੱਥ ਘਟਦੀ ਜਾਂਦੀ ਹੈ, ਹੋਰ ਹਮਲੇ ਨਾਲ ਲੱਗ ਪੈਣ। ਅਮਲੀ ਕਹਿਣ, ਬਸ ਲੈ ਲਿਆ ਕੰਮ। ਦਰਖਤ ਦੀ ਛਾਂ ਨੇੜੇ ਆਉਂਦੀ ਦੇਖ ਸਮਝੀ ਜਾਣ ਕਿ ਅਸੀਂ ਖੂਹ ਨੂੰ ਖਿੱਚ ਕੇ ਛਾਵੇਂ ਕਰੀ ਜਾ ਰਹੇ ਹਾਂ। ਜਦੋਂ ਸੂਰਜ ਛਿਪਣ ਲੱਗਿਆ ਤਾਂ ਖੂਹ ਆਪਣੇ ਛਾਵੇਂ ਆਉਣਾ ਸੀ। ਕਹਿਣ, ਅੱਜ ਤਾਂ ਬਈ ਸੂਰਜ ਛਿਪਦੇ ਨੂੰ ਬੜਾ ਕੰਮ ਪਿੱਛੇ ਲਾ ਲਿਆ, ਹੁਣ ਤਾਂ ਭਾਵੇਂ ਪਹਾੜ ਖਿੱਚ ਲਿਆਈਏ। ਪਾਲਾ ਸਿਆ ਕਹਿੰਦੇ ਹਨ, ਅਮਲੀ ਦੀ ਪੀਣਕ ਲੱਗੀ ਵੀ ਬੁਰੀ ਹੈ। ਆਪਣੇ ਗੋਦੂ ਬੁੜਾ ਫੀਮ ਖਾਂਦਾ ਸੀ। ਰਾਤ ਨੂੰ ਡੰਗਰਾਂ ਨੂੰ ਪੱਠੇ ਪਾਉਣ ਲੱਗੇ ਤਾਂ ਪੀਣਕ ਲੱਗ ਗਈ। ਹੱਥ ਵਿੱਚ ਟੋਕਰਾ ਫੜਿਆ ਹੋਇਆ ਤੇ ਨਾਸਾਂ ਕੁਤਰੇ ਦੇ ਢੇਰ ਵਿੱਚ ਧਸੀਆਂ ਗਈਆਂ। ਜਦੋਂ ਸਵੇਰੇ ਉਹਨਾਂ ਦੇ ਮੁੰਡੇ ਨੇ ਦੇਖਿਆ ਕਿ ਡੰਗਰਾਂ ਦੀ ਖੁਰਲੀਆਂ ਖਾਲੀ ਪਈਆਂ ਨੇ, ਚਲੋ ਪੱਠੇ ਪਾ ਛੱਡਾਂ, ਤਾਂ ਅੱਗੇ ਗੋਦੂ ਹੋਰੀ ਖੁਰਲੀ ਵਿੱਚ ਮੁੱਦੇ ਮੂੰਹ ਪਏ ਦੇਖੇ, ਜਿਵੇਂ ਡੰਗਰਾਂ ਨਾਲ ਉਹ ਸੰਨੀ ਖਾ ਰਹੇ ਹੋਣ। ਉਸਨੇ ਹਾਕ ਮਾਰੀ, ਤਾਇਆ ਤੈਨੂੰ ਕੀ ਹੋ ਗਿਆ? ਉਹ ਤੁਹਾਡੀ ਇਹ ਕੀ ਹੋ ਗਿਆ? ਮੈਂ ਡੰਗਰਾਂ ਨੂੰ ਪੱਠੇ ਪਾਉਣ ਲੱਗਿਆ ਸੀ। ਮਖਿਆ ਸਵੇਰੇ ਪਹਿਰੇ ਦੇ ਤੜਕੇ ਖੂਹ ਜੋੜਨਾ, ਕਿਤੇ ਬਲਦ ਭੁੱਖੇ ਨਾ ਰਹਿਣ। ਗੋਦੂ ਨੇ ਪੀਣ ਖੁੱਲਣ ਤੇ ਜਵਾਬ ਦਿੱਤਾ, ਤਾਇਆ ਦੇਖ ਤਾਂ ਸਹੀ, ਉੱਤੋਂ ਪੌ ਫੁੱਟਣ ਲੱਗੀ ਹੈ, ਉੱਤੋਂ ਸੂਰਜ ਚੜ੍ਹਨ ਵਾਲਾ ਹੈ। ਤੂੰ ਕਹਿੰਦਾ ਸੀ ਪਹਿਰ ਦੇ ਤੜਕੇ ਖੂਹ ਜੋੜਨਾ ਹੈ, ਤਾਂ ਬਈ ਮੇਰੀ ਫਿਰ ਪੀਣਕ ਲੱਗ ਗਈ ਹੋਣੀ ਹੈ। ਬੁੜੇ ਨੇ ਇਸ ਤਰ੍ਹਾਂ ਸੁਭਾਅ ਕਿਹਾ ਜਿਵੇਂ ਕੋਈ ਗੱਲ ਹੋਈ ਨਹੀਂ ਹੁੰਦੀ। ਇਹੀ ਤਾਂ ਅਮਲੀਆਂ ਦੀ ਮਾੜੀ ਗੱਲ ਹੈ। ਕੋਲ ਬੈਠੇ ਨਿਆਣੇ ਨੇ ਕਿਹਾ, ਫੀਮ ਦਾ ਵੀ ਕੋਈ ਅਮਲ ਹੈ, ਚੰਗੇ ਭਲੇ ਬੰਦੇ ਨੂੰ ਕੋਰੀ ਬਣਾ ਛੱਡਦੀ ਹੈ। ਸਿਆਣਿਆਂ ਨੇ ਐਵੇਂ ਤਾਂ ਨਹੀਂ ਕਿਹਾ, ਰੱਤੀ ਖਾਏ ਰੱਤ ਨੂੰ, ਮਾਸ ਖਾਏ ਮਾਸ, ਤੋਲਾ ਖਾਏ ਹੱਡੀਆਂ, ਦਮ ਦਾ ਕੀ ਪ੍ਰਵਾਸ। ਕੋਲ ਬੈਠੇ ਤਾਰੂ ਨੇ ਫੀਮੀਆਂ ਉੱਤੇ ਨੁਕਤਾਚੀਨੀ ਕੀਤੀ, ਪਰ ਸਭਾ ਵਿੱਚ ਭਾਨਾ ਕਿਵੇਂ ਸਹਿੰਦਾ। ਫੀਮ ਵਰਗਾ ਕਿਹੜਾ ਨਸ਼ਾ ਏ, ਬੰਦਾ ਇੱਕ ਮਾਵਾ ਖਾ ਲਏ ਅਸਮਾਨ ਕੁੱਤੀਆਂ ਭੌਂਕਣ ਲੱਗ ਜਾਂਦੀਆਂ ਨੇ। ਕਿਸੇ ਕੰਮ ਲੱਗ ਜਾ ਲੈ ਜੀ ਉਕਤਾਵੇ ਬੰਦੇ ਨੂੰ। ਜਿਹੜਾ ਕਰੀਨਾ ਫੀਮ ਨਾਲ ਆਉਂਦਾ ਹੈ, ਉਹ ਤੇਰੇ ਵਰਗੇ ਬੁੱਝੜ ਕੀ ਜਾਣਨ। ਜਿੱਥੇ ਭੰਗ ਨਹੀਂ ਉੱਥੇ ਰੰਗ ਨਹੀਂ, ਜਿੱਥੇ ਚਰਸ ਨਹੀਂ ਉੱਥੇ ਤਰਸ ਨਹੀਂ, ਜਿੱਥੇ ਫੀਮ ਨਹੀਂ ਉੱਥੇ ਤਾਜ਼ੀਮ ਨਹੀਂ। ਇਹ ਗੱਲਾਂ ਸਿਆਣੇ ਐਵੇਂ ਨਹੀਂ ਕਹਿ ਗਏ। ਚੰਨਣ ਚੌਧਰੀ ਨੇ ਭਰਮੀ ਆਵਾਜ਼ ਨਾਲ ਅਫੀਮ ਦੀ ਵਕਾਲਤ ਕਰਦਿਆਂ ਕਿਹਾ, ਕੀ ਗੱਲ ਹੈ, ਸਾਡੇ ਪਾਲਾ ਸਿਉਂ ਨੂੰ ਦਬਾਈ ਜਾਂਦੇ ਹੋ? ਟੱਲੀ ਵਾਂਗ ਟੁਣਕਦੀ ਰਾਮ ਜੋੜੇ ਦੀ ਆਵਾਜ਼ ਸੁਣ ਕੇ ਪਾਲਾ ਸਿਉਂ ਦੇ ਕੰਨ ਖੜੇ ਹੋ ਗਏ। ਆ ਜਾ ਰਾਮਚੰਦਾ, ਇਹ ਫੀਮ ਦੀ ਵੀ ਕੋਈ ਕਰਨ ਲੱਗੇ ਨੇ। ਕਹਿੰਦੇ ਬੰਦੇ ਨੂੰ ਕੰਮ ਦੀ ਨਹੀਂ ਛੱਡਦੀ, ਜਿਵੇਂ ਅਸੀਂ ਇਹਨਾਂ ਦੇ ਘਰੋਂ ਘਰੀ ਖਾਂਦੇ ਹਾਂ। ਪਾਲਾ ਸਿਉਂ ਨੇ ਕੁਨੱਖੇ ਜਿਹੇ ਢੰਗ ਨਾਲ ਰਾਮ ਜੋੜੇ ਨੂੰ ਗੱਲਾਂ ਦੀ ਲੜੀ ਵਿੱਚ ਹੱਥ ਵਿਚਲੀ ਸਣ ਦੀ ਢਾਈ ਵਾਂਗ ਜੋੜ ਕੇ ਕਿਹਾ, ਨਾਲੇ ਅਮਲੀ ਦੇ ਸਾਹਮਣੇ ਫੀਮ ਨੂੰ ਮਾੜੀ ਕਹਿ ਦੇਵੋ, ਖਾਣ ਲੱਗੇ ਕੋਈ ਉਬਾਸੀ ਲੈ ਲਵੋ। ਇਦੋਂ ਤਾਂ ਅਮਲੀ ਨੂੰ ਵਿਉ ਦੇਣੀ ਚੰਗੀ ਹੁੰਦੀ ਹੈ। ਨਸ਼ਾ ਜਿਹੜਾ ਵੀ ਕੋਈ ਖਾਂਦਾ ਹੈ, ਉਹ ਸਭ ਨੂੰ ਚੰਗਾ ਲੱਗਦਾ ਹੈ, ਨਹੀਂ ਐਵੇਂ ਘਰ ਫੂਕ ਤਮਾਸ਼ਾ ਕੌਣ ਦੇਖਦਾ ਹੈ। ਰਾਮਚੰਦ ਨੇ ਨਸ਼ਿਆਂ ਦੇ ਹੱਕ ਵਿੱਚ ਫਿਲਾਸਫੀ ਘੜਦਿਆਂ ਕਿਹਾ,
ਗੱਲ ਇਹ ਨਹੀਂ ਰਾਮ ਜੀ, ਗੱਲ ਤਾਂ ਇਹ ਹੈ ਬਈ ਅਫੀਮੀ ਨੂੰ ਇਹ ਪਤਾ ਨਹੀਂ ਕਿ ਦਰਗਾਹੀ ਮਾਰ ਹੈ। ਅਮਲੀ ਭਾਵੇਂ ਬਾਦਸ਼ਾਹ ਹੋਵੇ, ਦਿਨਾਂ ਵਿੱਚ ਉਹਦੇ ਹੱਥਾਂ ਵਿੱਚ ਠੂਠਾ ਫੜਾ ਦਿੰਦੀ ਹੈ। ਚਿਹਰੇ ਦਾ ਰੰਗ ਪੀਲਾ ਜ਼ਰਦ, ਕੱਪੜੇ ਮੈਲੇ ਕੁਚੈਲੇ, ਇਹ ਵੀ ਕੋਈ ਅਮਲ ਹੈ? ਜੇ ਬੰਦੇ ਨੇ 4 ਪੈਸੇ ਖਰਾਬ ਕਰਨੇ ਵੀ ਹੋਣ ਤਾਂ ਔਖਿਆਂ ਸੌਖਿਆਂ 2 ਘੁੱਟਾਂ ਦਾਰੂ ਦੀਆਂ ਪੀ ਲਵੇ, ਸਭ ਚਿੰਤਾ ਲੱਥ ਜਾਂਦੀ ਹੈ। ਨਾਲੇ ਬੰਦਾ ਰੱਜ ਕੇ ਰੋਟੀ ਟੁੱਕ ਖਾ ਲੈਂਦਾ ਹੈ, ਨਾਲੇ ਘਰ ਦੇ ਜੀਅ ਚੰਗੇ ਲੱਗਣ ਲੱਗਦੇ ਨੇ। ਪਰ ਪੀਣੀ ਅੰਦਰ ਬਹਿ ਕੇ ਚਾਹੀਦੀ ਹੈ, ਬਾਹਰ ਲੋਕਾਂ ਦੇ ਪਰਨਾਲੇ ਨਾ ਭੰਨਦਾ ਫਿਰੇ। ਕੋਲ ਬੈਠੇ ਇੱਕ ਸ਼ੌਕੀਨ ਨੇ ਸ਼ਰਾਬ ਦੀ ਵਡਿਆਈ ਕਰਦਿਆਂ ਕਿਹਾ, ਲੈ ਸ਼ਰਾਬ ਕਿਹੜੀ ਵਡਿਆਈ ਵਾਲਾ ਨਸ਼ਾ ਹੈ? ਘੁੱਟ ਮੂੰਹ ਨੂੰ ਲੱਗ ਜਾਏ ਬੰਦਾ ਹਾਥੀ ਨੂੰ ਵੀ ਕੱਟਾ ਦੱਸਣ ਲੱਗ ਜਾਂਦਾ ਹੈ। ਕਹਿੰਦੇ ਰਾਜੇ ਰਣਜੀਤ ਸਿੰਘ ਨੂੰ ਹਾਥੀ ਤੇ ਚੜਿਆ ਵੇਖ ਕੇ ਇੱਕ ਸ਼ਰਾਬੀ ਨੇ ਕਿਹਾ, ਕਾਣਿਆ ਕੀ ਲੈਣਾ ਈ ਇਸ ਕੱਟੇ ਦਾ? ਅਹਿਲਕਾਰਾਂ ਨੇ ਉਹਨੂੰ ਫੜ ਲਿਆ। ਜਦੋਂ ਦੂਜੇ ਦਿਨ ਮਹਾਰਾਜੇ ਦੇ ਪੇਸ਼ ਕੀਤਾ ਤਾਂ ਮਹਾਰਾਜੇ ਨੇ ਕਿਹਾ, ਬਈ ਕੀ ਦਿੰਦਾ ਹੈ ਕੱਟੇ ਦਾ? ਕਰ ਲੈ ਸੌਦਾ ਫਿਰ। ਸ਼ਰਾਬੀ ਨੇ ਕਿਹਾ, ਮਹਾਰਾਜ ਰਾਤ ਵਾਲੇ ਵਪਾਰੀ ਲੱਦ ਗਏ। ਰਾਜੇ ਨੇ ਖੁਸ਼ ਹੋ ਕੇ ਉਹਨੂੰ ਛੱਡ ਦਿੱਤਾ। ਬਈ ਇਹ ਤਾਂ ਸ਼ਰਾਬੀ ਸੀ। ਸ਼ਰਾਬ ਬਹੁਤ ਮਾੜਾ ਨਸ਼ਾ ਹੈ। ਘੁੱਟ ਪੀਤੀ ਨਹੀਂ ਕਿ ਅਗਲੇ ਦੇ ਸਿਰ ਵਿੱਚ ਮਗੋਰਾ ਕਰਿਆ ਨਹੀਂ ਤੇ ਬੰਦਾ 4 ਜਣਿਆਂ ਦੇ ਕੰਨੀ ਚੜਿਆ ਨਹੀਂ। ਨਸ਼ੇ ਪਾਣੀ ਦਾ ਮਤਲਬ ਹੁੰਦਾ ਹੈ ਤਬੀਅਤ ਨੂੰ ਹੁਲਾਰਾ ਮਿਲੇ ਪਰ ਖਰਚ ਵਰਚ ਭਾਰਾ ਨਾ ਹੋਵੇ। ਨਸ਼ਾ ਤਾਂ ਬਈ ਇੱਕੋ ਹੈ ਜਿਸ ਨੂੰ ਸ਼ਿਵ ਜੀ ਵੀ ਖੁਸ਼ ਹੋ ਕੇ ਨਿੱਤ ਪੀਂਦੇ ਨੇ। ਨਾਲੇ ਭੰਗ ਤਾਂ ਗੰਗਾ ਦੀ ਸਕੀ ਭੈਣ ਹੋਈ। ਗੰਗ ਭੰਗ 2 ਭੈਣਾਂ ਹੈ, ਰਹਿਣ ਸ਼ਿਵਾ ਦੇ ਸੰਗ। ਹੱਡੂ ਖਾਣੀ ਗੰਗ ਹੈ ਤੇ ਲੱਡੂ ਖਾਣੀ ਭੰਗ। ਗੰਗ ਭੰਗ ਦੋਵੇਂ ਭੈਣਾਂ ਵਿੱਚ ਪਰਬਤਾਂ ਰਹਿਣ। ਉਹ ਨਾਤਿਆਂ ਪਾਪ ਲਹੇ, ਇਹ ਪੀਤਿਆਂ ਮਲ ਲੈਣ। ਜੇ ਬੰਦਾ ਇੱਕ ਬਾਟਾ ਪੀ ਕੇ ਕਿੱਕਰਾਂ ਦੇ ਸੁੱਕੇ ਟਾਣਾ ਨੂੰ ਨਾ ਚੱਬਦਾ ਫਿਰੇ, ਨਾਲੇ ਕੰਮ ਖਰਚ ਬਾਲਾ ਨਸ਼ੀ ਵਾਲੀ ਗੱਲ ਪੂਰੀ। ਪੋਸਤ ਮੰਗੇ ਰਿਓੜੀਆਂ, ਅਫੀਮ ਮੰਗੇ ਗੰਨੇ। ਭੰਗ ਨਿਮਾਣੀ ਆਲੀ ਭੋਲੀ, ਜੋ ਆਵੇ ਸੋ ਬੰਨੇ। ਭੰਗ ਨਹੀਂ ਇਹ ਸਾਵਾ ਸਾਵਾ ਘਾਈ, ਆਸ਼ਿਕ ਨੂੰ ਸਵਾਵੀ, ਮੂਜੀ ਨੂੰ ਗੁਨਾਈ। 2-4 ਮੁੱਲਾ ਬ੍ਰਾਹਮਣ ਮਰੇ ਤਾਂ ਕੀ ਹੋਇਆ, ਇੱਕ ਭੰਗੀ ਮਰ ਗਿਆ ਸਾਰਾ ਮੁਲਕ ਫਨਾਈ। ਭੰਗ ਦੀਆਂ ਗੱਲਾਂ ਨੇ, ਜਿਹੜਾ ਸੁੱਖ ਨਿਧਾਨ ਦੀਆਂ ਮੌਜਾਂ ਮਾਣੇ, ਉਹ ਇਸ ਦੇ ਹੁਲਾਰੇ ਜਾਣੇ ਤੇ ਇਸ ਦੀ ਮਸਤੀ ਮਾਣੇ। ਬੱਲੇ ਓਏ ਭੰਗਿਓ, ਨਸ਼ਾ ਕੱਢਿਆ ਭੰਗ। ਬੰਦਾ ਇੱਕ ਵਾਰੀ ਵੀ ਪੀ ਕੇ ਸਾਰਾ ਦਿਨ ਕਮਲਾ ਹੋਇਆ ਫਿਰਦਾ ਤੇ ਘੁੱਟ ਵੀ ਵੱਧ ਪੀਤੀ ਜਾਵੇ ਤਾਂ ਭੰਗੀਆਂ ਦੀ ਤੋਪ ਵਾਂਗ ਜਿੱਥੇ ਜੀ ਕੀਤਾ ਮੂੰਹ ਅੱਡੀ ਖੜਾ ਰਹੇ। ਤਾਂ ਹੀ ਕਹਿੰਦੇ ਹਨ, ਪੀਓ ਭੰਗਾਂ ਤੇ ਸੋਵੋਂ ਬਾਗੀ, ਪਿਛਲੇ ਜਿਉਣ ਆਪਣੇ ਭਾਗੀ। ਬਸ ਭੰਗੀ ਵਾਸਤੇ ਤਾਂ ਸੁੱਖ ਨਿਦਾਨ ਦੀ ਮੌਜ ਲਈ ਇੱਕ ਕੁੰਡਾ ਸੋਟਾ ਖੜਕਦਾ ਰਹੇ, ਬਾਕੀ ਜੱਗ ਜਹਾਨ ਭਾਵੇਂ ਵਸੇ ਭਾਵੇਂ ਉਜੜੇ। ਡੰਡਾ ਕੁੰਡਾ ਬਗਲ ਵਿੱਚ, ਚਾਰੇ ਕੁੰਟ ਜਗੀਰ। ਜੇ ਬੰਦੇ ਨੇ ਨੁੱਕਲ ਪਾਣੀ ਕਰਨਾ ਹੋਵੇ, ਉਹ ਸਿੱਧਾ ਹੋ ਕੇ ਪੋਸਤ ਨਾਲ ਲਾਵੇ ਦੋਸਤੀ। ਜਿਹਦਾ ਇੱਕੋ ਡੰਡਾ ਬੰਦੇ ਨੂੰ ਕੋਡਾ ਕਰ ਛੱਡਦਾ ਹੈ। ਇੱਕ ਪੋਸਤ ਦੇ ਪਿਆਕਲ ਨੇ ਬਹਿਸ ਅੱਗੇ ਟੋਰਨ ਦਾ ਹੀਆਂ ਕੀਤਾ। ਵਾਹ ਬਈ ਵਾਹ, ਪੋਸਤੀਆਂ ਦੀਆਂ ਗੱਲਾਂ ਨਹੀਂ ਸੁਣੀਆਂ। ਵੱਡੇ ਬਹਾਦਰਾਂ ਤੋਂ ਮੱਖੀ ਤਾਂ ਮਾਰੀ ਨਹੀਂ ਜਾਂਦੀ। ਇੱਕ ਕਹਾਣੀ ਹੈ, ਕਹਿੰਦੇ ਪੋਸਤੀਆਂ ਰਲ ਕੇ ਇੱਕ ਦਿਨ ਮੱਖੀ ਮਾਰ ਲਈ ਤੇ ਇਹ ਕਾਰਨਾਮੇ ਤੇ ਫੁੱਲੇ ਨਾ ਸਮਾਉਂਦੇ ਅੱਗੇ ਕਹਿਣ ਲੱਗੇ, 20 ਪੋਸਤੀ ਚੜੇ ਸ਼ਿਕਾਰ, ਮੱਖੀ ਘੇਰੀ ਵਿੱਚ ਬਾਜ਼ਾਰ। ਮਾਰੀ ਨਹੀਂ ਪਰ ਲੰਗੜੀ ਕੀਨੀ, ਆਖਣ ਫਤਿਹ ਖੁਦਾ ਨੇ ਦਿਨੀ। ਜਿੰਨਾ ਭੈੜਾ ਨਸ਼ਾ ਪੋਸਤ ਦਾ ਏ, ਕਹਿੰਦੇ ਨੇ ਦੁਨੀਆ ਵਿੱਚ ਹੋਰ ਕੋਈ ਨਹੀਂ। ਇਸ ਨੇ ਤਾਂ ਲੋਕਾਂ ਦੀਆਂ ਖੂਣੀਆਂ ਗਾਲ ਛੱਡੀਆਂ ਨੇ। ਪੋਸਤਾ ਦਿਲ ਦੋਸਤਾ, ਤੇਰਾ ਮੁੱਢੋਂ ਪਟਾਵਾਂ ਬੁੱਟਾ। ਵਸਦੇ ਘਰ ਉਜਾੜ ਕੇ ਹੱਥ ਫੜਾਏ ਠੂਠਾ। ਦੇਖੋ ਭਾਈ, ਇੱਕ ਸਿਆਣਾ ਬੋਲਿਆ, ਕਿਸੇ ਚੀਜ਼ ਨੂੰ ਬਗੋਈਦਾ ਨਹੀਂ। ਕੀ ਪਤਾ ਬੰਦੇ ਨੂੰ ਕੋਈ ਨਸ਼ਾ ਆਪ ਹੀ ਲਾਉਣਾ ਪੈ ਜਾਵੇ। ਹਰ ਚੀਜ਼ ਦਾ ਸਿੱਧ ਪੁੱਠ ਹੁੰਦਾ। ਲੈ ਤੂੰ ਪੋਸਤ ਦੀ ਨਿੰਦਿਆ ਕਰਨ ਲੱਗਿਆ ਏ, ਪਰ ਇਸ ਅਖਾਣ ਦਾ ਜਵਾਬ ਸੁਣ। ਪੋਸਤਾ ਦਿਲ ਦੋਸਤਾ, ਤੇਰਾ ਸੋਨੇ ਨਾਲ ਮੜਾਵਾਂ ਬੂਟਾ। ਲੱਖ ਰੁਪਏ ਦੀ ਪੀਣਕ, ਦਿੰਦੇ ਕਰੋੜ ਰੁਪਏ ਦਾ ਝੂਟਾ। ਛੱਡ ਓਏ ਵੱਡਿਆ ਵਕੀਲਾ, ਪੋਸਤ ਨਾਲੋਂ ਤਾਂ ਬੰਦਾ ਜ਼ਹਿਰ ਖਾ ਲਵੇ ਤਾਂ ਉਹ ਚੰਗੀ। ਕਿਸੇ ਪਾਸੇ ਤਾਂ ਜਾ ਲੱਗਦਾ ਪੋਸਤ ਵੀ ਕੋਈ ਨਸ਼ਾ ਹੈ। ਨਾ ਬੰਦੇ ਜਿਉਂਦਿਆਂ ਵਿੱਚ ਨਾ ਮਰਿਆਂ ਵਿੱਚ। ਗੱਲ ਸੁਣੋ ਬਾਈ, ਆਹ ਜਿਹੜੀ ਨਵੀਂ ਚੀਜ਼ ਅੰਗਰੇਜ਼ਾਂ ਨੇ ਚਲਾਈ ਹੈ ਨਾ, ਚਾਹ, ਇਹ ਸਭਨਾਂ ਤੋਂ ਸਿਰੇ ਦੀ ਚੀਜ਼ ਹੈ। ਸਿਰ ਦੁਖਦਾ ਹੋਵੇ ਗੁਡਾਣਾ ਕਰਕੇ ਭਾਵੇਂ ਬਿਨਾਂ ਦੁੱਧ ਤੋਂ ਹੀ ਕੌਲੀ ਅੰਦਰ ਸੁੱਟ ਲਵੋ, ਸਰੀਰ ਕੰਡੇ ਤੇ ਹੋ ਜਾਂਦਾ ਹੈ। ਅਸੀਂ ਦੇਖਿਆ ਕਈ ਵੇਰੇ ਹੋਏ ਮੇਲੇ ਉੱਤੇ ਖੂਹੀ ਕੋਲੋਂ ਵੱਡਾ ਸਾਰਾ ਤਖਤ ਪੋਸ਼ ਲਾ ਕੇ ਉੱਤੇ ਖੜੇ ਬਾਬੂ ਜਿਹੇ ਆਵਾਜ਼ਾਂ ਮਾਰਨ,
आओ मुफ्त चाह पियो, अंग्रेज़ां वाली टी। ਬੰਦੇ ਦੇ 100 ਰੰਗਾਂ ਦਾ ਦਾਰੂ, ਚੁਟਕੀ ਨਾਲ ਸਾਰੇ ਦਿਨ ਦੀ ਚੁਸਤੀ। ਇੱਕ ਵਾਰ ਪੀਓ, ਗਲਾਸ ਵਿੱਚ ਪੀਓ, ਕੱਪ ਵਿੱਚ ਪੀਓ, ਬਾਟੀ ਭਰ ਕੇ ਪੀਓ। ਕਈ ਮੁਫਤ ਦੀਆਂ ਬਾਟੀਆਂ ਛਕ ਗਏ, ਕਈ ਪਿਆਲਿਆਂ ਵਿੱਚ ਪਹਿਲਾਂ ਉਂਗਲੀਆਂ ਫਸਾ ਬੈਠੇ, ਖਾਲੀ ਪਿਆਲਿਆਂ ਵਿੱਚ ਖਿੱਚ ਖਿੱਚ ਕੇ ਅੰਗੂਠੇ ਕੱਢਣ। ਪਿੱਛੋਂ ਕੁੜੀ ਦੱਬ ਕੇ ਆਇਆਂ ਵਾਂਗ ਲੱਗੇ ਸਿਰ ਫੜ ਕੇ ਘੇਰਨੀਆਂ ਖਾਣ। ਦੂਜੇ ਕਹਿਣ ਸਿਆਣਿਆਂ ਨੇ ਕਿਹਾ ਕਿ ਪਹਿਲਾਂ ਹੀ ਬਥੇਰੇ ਅਮਲਾਂ ਨੂੰ ਦੁਨੀਆ ਨੂੰ ਪੁੱਟ ਛੱਡਿਆ, ਇਹ ਨਵੀਂ ਜ਼ਹਿਮਤ ਨਾ ਸਹੇੜੋ। ਪਰ ਜਿਨ੍ਹਾਂ ਨੇ ਘਰ ਫੂਕ ਕੇ ਤਮਾਸ਼ਾ ਦੇਖਣਾ ਹੋਵੇ ਉਹਨਾਂ ਨੂੰ ਕਦੋਂ ਚੈਨ। ਹੁਣ ਮੂੰਹ ਨੂੰ ਨਵਾਂ ਨਸ਼ਾ ਲਾ ਬੈਠੇ ਨੇ, ਜੇ ਪਿੰਡ ਪਿੰਡ ਨਾ ਫੈਲਿਆ ਤਾਂ ਮੇਰਾ ਨਾਂ ਬਦਲ ਦੇਣਾ। ਇੱਕ ਅੰਗਰੇਜ਼ ਬੜੀ ਚਲਾਕ ਕੌਮ ਹੈ, ਇਹ ਸਮਝਦੇ ਨੇ ਬਈ ਆਜ਼ਾਦੀ ਤਾਂ ਇਹਨਾਂ ਨੂੰ ਦੇਣੀ ਹੈ। ਕੋਈ ਜਾਂਦੇ ਜਾਂਦੇ ਅਜਿਹੀ ਮਿੱਠੀ ਜ਼ਹਿਮਤ ਚਿਮੇੜ ਜਾਓ ਜਿਹੜੀ ਲੋਕਾਂ ਵਿੱਚ ਜਾਨ ਹੀ ਨਾ ਛੱਡੇ। ਜਾਂਦੇ ਜਾਂਦੇ ਇਹ ਚਾਹ ਦੀ ਚੁਟਕੀ ਨਾਲ ਜਾਦੂ ਧੂੜ ਗਏ ਨੇ। ਗੱਲਾਂ ਤਾਂ ਤੇਰੀਆਂ ਠੀਕ ਨੇ, ਜਦੋਂ ਦੀ ਚਾਹ ਆਈ ਹੈ ਕਈ ਥਾਈਂ ਮੇਤੋਂ ਤਾਂ ਲੱਸੀ ਦੀ ਜਿਹੜੀ ਹੱਦ ਕੋਈ ਹੈ ਜਰੀ ਨਹੀਂ ਜਾਂਦੀ। ਅੱਗੇ ਸ਼ਾਮ ਨੂੰ ਪ੍ਰਾਹੁਣਾ ਆਉਂਦਾ, ਛੰਨਾ ਦੁੱਧ ਦਾ ਕਾੜ੍ਹਨੇ ਵਿੱਚੋਂ ਕੱਢ ਕੇ ਦਿੱਤਾ ਜਾਂਦਾ ਤਾਂ ਕਹਿੰਦੇ ਲਓ ਜੀ ਲੱਸੀ ਦੇ 4 ਘੁੱਟ ਪੀ ਲਵੋ ਤੇ ਥਕੇਵਾਂ ਲੈ ਜਾਵੇਗਾ। ਹੁਣ ਅਗਲੇ ਕਹਿੰਦੇ ਨੇ ਧਰ ਲਓ ਚਾਹ, ਸਿਰ ਦੁਖਦਾ ਧਰ ਲਓ ਚਾਹ, ਤਾਪ ਚੜ੍ਹਨ ਲੱਗਿਆ ਤਾਂ ਧਰ ਲਓ ਚਾਹ। ਮੈਨੂੰ ਤਾਂ ਉਸ ਕਵਿਸ਼ਰ ਦੇ ਛੰਦ ਬੜੇ ਚੰਗੇ ਲੱਗਦੇ ਨੇ ਜਿਹਨੇ ਮੁਫਤ ਦੀ ਚਾਹ ਪਿਆਉਣ ਵਾਲਿਆਂ ਦੀ ਮੰਡਲੀ ਸਾਹਮਣੇ ਬੇਧੜਕ ਅਖਾੜੇ ਲਾ ਕੇ ਚਾਹ ਦੀ ਮਿੱਟੀ ਕੁੱਟੀ ਤੇ ਲੱਸੀ ਦੇ ਗੁਣ ਗਾਏ। ਉਹ ਕਹਿੰਦੇ ਸੀ ਲਓ ਭਾਈ ਚਾਹ ਤੇ ਲੱਸੀ ਦਾ ਝਗੜਾ ਸੁਣੋ ਤੇ ਆਪ ਫੈਸਲਾ ਕਰੋ ਕਿਹੜੀ ਚੀਜ਼ ਚੰਗੀ ਹੈ ਤੇ ਕਿਹੜੀ ਮਾੜੀ। ਲੱਸੀ ਨੇ ਤਾਂ ਮਾਰਿਆ ਖਿੱਚ ਕੇ ਲਫੇੜਾ ਜੀ, ਡਿੱਗ ਪਈ ਧੜਕ ਚਾਹ ਖਾ ਕੇ ਗੇੜਾ ਜੀ। ਚਾਹ ਨੇ ਫਿਰ ਉੱਚੀ ਉੱਚੀ ਢਾਹਾਂ ਮਾਰੀਆਂ, ਅਮਲੀਆਂ ਦੇ ਹੱਥੀਂ ਛਵੀਆਂ ਸਿੰਗਾਰੀਆਂ। ਕਾੜ ਕਾੜ ਡਾਂਗਾਂ ਲੱਗੀਆਂ ਚੱਲਣ ਜੀ, ਸੂਰਮੇ ਮੈਦਾਨ 'ਚੋਂ ਪਿੱਛਾ ਨਾ ਹੱਲਣ ਜੀ। ਜਿੰਨਾ ਚਿਰ ਚਾਹ ਦੇ ਅਮਲ ਚੜ੍ਹੇ ਸੀ ਉਹਨਾਂ ਚਿਰ ਅਮਲੀ ਬਹੁਤ ਲੜੇ ਸੀ। ਸੱਚੀ ਗੱਲ ਆਖੇ ਸਿੰਘ ਗੁਰਦਿੱਤ ਜੀ, ਲੱਸੀ ਵਾਲੇ ਵੀਰ ਤਾਂ ਗਏ ਨੇ ਜਿੱਤ ਜੀ। ਚਾਹ ਚਰੋਟੀ ਆਪਣੇ ਹੱਕ ਵਿੱਚ ਦਲੀਲਾਂ ਦੇਣ ਤੋਂ ਫਿਰ ਵੀ ਨਾ ਹਟੀ। ਮੈਨੂੰ ਪੀਂਦੇ ਲਾਟ ਲਾਟਣੀਆਂ ਨਿੱਤ ਜੀ, ਮੈਨੂੰ ਪੀ ਕੇ ਕਰਦੇ ਨੇ ਗਿੱਟ ਮਿੱਟ ਜੀ। ਮੈਨੂੰ ਪੀਂਦੇ ਅਫਸਰ ਲਫਟੈਣ ਜੀ, ਪੀਣ ਸਾਰ ਕਰ ਦੇਵਾਂ ਮੈਂ ਚਨੈਣ ਜੀ। ਚਾਹ ਨੇ ਇਹੋ ਜਿਹੀਆਂ ਦਲੀਲਾਂ ਦਿੱਤੀਆਂ ਕਿ ਲੋਕ ਇੱਕ ਇੱਕ ਪੁੜੀ ਘਰਾਂ ਨੂੰ ਲੈ ਗਏ। ਜਿਨ੍ਹਾਂ ਦੇ ਘਰਾਂ ਵਿੱਚ ਇੱਕ ਕੁਤਰਾ ਜਿਹਾ ਬੁੜ ਗਿਆ ਸਮਝੋ ਉਹਨਾਂ ਦਾ ਬੇੜਾ ਹੀ ਹੜ ਗਿਆ। ਅਖੇ ਚਾਹ ਨੂੰ ਕਹਿਣ ਲੱਗੀ ਅਮਲੀ ਮਨਾਉਂਦੇ ਨਿੱਤ ਮੇਰੀ ਸੁੱਖ ਜੀ, ਚੱਕ ਦੇਵਾਂ ਦੇਹੀ ਦੇ ਤਮਾਮ ਦੁੱਖ ਜੀ। ਹੋਰ ਤਾਂ ਹੋਰ ਨਿੱਕੇ ਜਵਾਕਾਂ ਨੂੰ ਵੀ ਬਿਨਾਂ ਡੋਰ ਤੋਂ ਤੂੰ ਹੀ ਫਿਰਦੀ ਐ। ਜਿਸ ਵੇਲੇ ਚੁੱਲ੍ਹੇ ਤੇ ਪਤੀਲਾ ਚਮਕੇ ਗੋਦੀ ਵਾਲਾ ਬਾਲ ਉਧਰ ਨੂੰ ਲਮਕੇ। ਭਾਵੇਂ ਆਪਣੇ ਦੇਸੀ ਬੰਦਿਆਂ ਨੇ ਬੜਾ ਜ਼ੋਰ ਲਾਇਆ ਪਰ ਇਹ ਦਹਿਸ਼ਤ ਦਿਨਾਂ ਵਿੱਚ ਘਰ ਘਰ ਫੈਲ ਗਈ। ਧਾਰਮਿਕ ਬੰਦੇ ਵੀ ਇਸ ਦੀ ਮਾਰ ਤੋਂ ਬਚ ਨਾ ਸਕੇ। ਇੱਕ ਦਿਨ ਇੱਕ ਸਿੰਘ ਪ੍ਰਚਾਰਕ ਚਾਹ ਦੀਆਂ ਪੌੜੀਆਂ ਗਾਵੇ ਤੇ ਨਾਲੇ ਦੱਸੇ ਖਾਲਸਾ ਜੀ ਅਸੀਂ ਆਪਣੀ ਕਰਨੀ ਤੋਂ ਕਿੰਨਾ ਥੱਲੇ ਡਿੱਗ ਗਏ ਹਾਂ। ਅੱਗੇ ਸਵੇਰੇ ਗੁਰਸਿੱਖ ਇਸ਼ਨਾਨ ਕਰਦੇ ਬਾਣੀ ਪੜ੍ਹਦੇ ਹੁੰਦੇ, ਹੁਣ ਸਿੱਖ ਚੁੱਲ੍ਹੇ ਦੁਆਲੇ ਚਾਹ ਦੀ ਪਰਿਕਰਮਾ ਕਰਦੇ ਹਨ, ਨਾਲੋਂ ਨਾਲੇ ਕਰਤੂਤਾਂ ਕਰਦੇ ਹਨ। ਅੱਜ ਕੱਲ੍ਹ ਦਾ ਗੁਰਸਿੱਖ ਜੇ ਦੇਖੋ ਕੀ ਕਰਤੂਤ ਕਰੰਦਾ। ਅੰਮ੍ਰਿਤ ਵੇਲੇ ਉੱਠ ਕੇ ਚੁੱਲ੍ਹੇ ਦੁਆਲੇ ਹੋਏ ਬਹਿੰਦਾ, 2 ਸਿਰ ਪਾਣੀ ਪਾਈ ਕੇ ਮਨਮੁਖ ਕਾੜਾ ਕੜੰਦਾ, ਤੱਤੇ ਪਾਣੀ ਨਾਲ ਪੇਟ ਭਰ ਕੇ ਕੁੰਨੇ ਵਾਂਗ ਛਲਕੰਦਾ, ਮਨਮੁਖ ਅਤ ਮੰਦੀ ਹੂੰ ਮੰਦਾ। ਨਸ਼ੇ ਤਾਂ ਭਾਈ ਸਾਰੇ ਮਾੜੇ ਹੁੰਦੇ ਨੇ। ਸਿਆਣੇ ਆਖ ਗਏ ਹਨ ਨਸ਼ਾ ਤਾਂ ਰੋਟੀ ਦਾ ਵੀ ਮਾਣ ਨਹੀਂ, ਪਰ ਕਈ ਨਸ਼ੇ ਭੈੜੀਆਂ ਬੈਬਤਾਂ ਨਾਲ ਵੀ ਲੱਗ ਜਾਂਦੇ ਨੇ। ਸਿਆਣੇ ਆਖਦੇ ਨੇ ਜਿਹੋ ਜਿਹੀ ਬੈਠਕ ਉਹੋ ਜਿਹੀ ਸੋਬਤ। ਵਾਹ ਲੱਗਦੇ ਬੰਦਾ ਭੈੜੇ ਆਦਮੀਆਂ ਦੇ ਸੰਗ ਤੋਂ ਹੀ ਬਚ ਕੇ ਰਹੇ। ਰਾਮ ਚੰਦ ਨੇ ਨਸ਼ੇ ਬਾਰੇ ਚੱਲ ਰਹੀ ਬਹਿਸ ਦੀ ਸਮਾਪਤੀ ਦੇ ਸ਼ਬਦ ਫਰਮਾਉਂਦਿਆਂ ਕਿਹਾ, ਮੇਰੇ ਪਿੰਡ ਦੇ ਲੋਕਾਂ ਲਈ ਹਾੜ ਦੇ ਦੁਪਹਿਰੇ ਕਾਹਦੇ ਆਉਂਦੇ ਹਨ, ਬਸ ਯੋਜਨਾ ਕਮਿਸ਼ਨ ਦੀਆਂ ਬੈਠਕਾਂ ਹੀ ਸਮਝੋ। ਇਹਨਾਂ ਦਿਨਾਂ ਵਿੱਚ ਪਿਛਲੇ ਸਾਲ ਦੀਆਂ ਘਰ ਘਰ ਆਈਆਂ ਕਮਾਈਆਂ ਹਾੜ ਕੇ ਆਉਂਦੇ ਸਾਲ ਦੀਆਂ ਸਕੀਮਾਂ ਬਣਾਈਆਂ ਜਾਂਦੀਆਂ ਹਨ। ਖੇਤੀਬਾੜੀ ਲਈ ਸਲਾਹਾਂ ਤੇ ਪਿੰਡ ਦੇ ਹੋਰ ਸਾਂਝੇ ਮਸਲੇ ਖੋਲ ਕੇ ਘੋਖੇ ਜਾਂਦੇ ਹਨ। ਤੁਸੀਂ ਐਤਕੀ ਲੇਹੀ ਵਾਲੇ ਖੇਤ ਵਿੱਚ ਬੀਜਣ ਦੀ ਸਲਾਹ ਕੀਤੀ ਹੈ? ਨਾਲ ਲੱਗਦੇ ਖੇਤ ਵਾਲਾ ਉੱਥੇ ਹੀ ਪੁੱਛ ਬਹਿੰਦਾ ਹੈ ਤੇ ਉਹ ਆਪਣੇ ਖੇਤ ਵਿੱਚ ਉਹੋ ਜਿਹੀ ਫਸਲ ਬੀਜਣ ਦੀ ਤਿਆਰੀ ਕਰੇ। ਬਾਪੂ ਤਾਂ ਕਹਿੰਦਾ ਸੀ ਮੱਕੀ ਬੀਜੋ, ਝੋਟੇ ਦੇ ਸਿਰ ਵਰਗਾ ਖੇਤ ਹੈ, ਪੂਰੇ 20 ਮਣ ਵਿਗੇ ਦੀ ਨਿਕਲੂ। ਪਰ ਤਾਇਆ ਮੰਨਦਾ ਨਹੀਂ। ਪਹਿਲਾਂ ਕਹਿੰਦਾ ਹਾੜ ਚਰੀ ਬੀਜ ਲਓ, ਫਿਰ ਵਾਹ ਕੇ ਰੇਹ ਪਾ ਕੇ ਕਣਕ ਬੀਜਾਂਗੇ। ਬੂੜਾ ਸਾਡਾ ਐਤਕੀ ਵੀ ਮੁੜ ਮੁੜ ਕੇ ਮੱਕੀ ਦੀ ਮੁਹਾਰ ਨਹੀਂ ਬੋਲ ਰਿਹਾ ਹੈ।
ਜੇ ਮੱਕੀ ਬੀਜਣੀ ਹੈ ਤਾਂ ਦੱਸੋ 4 ਗੱਡੇ ਰੇ ਦੇ ਸੁੱਟ ਦਈਏ। ਇਹਨਾਂ ਫਸਲਾਂ ਦੀ ਥਾਂ ਅੱਜ ਕੱਲ੍ਹ ਚੌਲੀ ਧਾਨਾਂ ਦੀ ਪ੍ਰਧਾਨਤਾ ਹੋ ਗਈ ਹੈ। ਇਸ ਪਿੱਛੋਂ ਪਿੰਡ ਦੇ ਲਾਣਿਆਂ ਦੇ ਹਾਰੇ ਹੋਏ ਬੁੱਢੇ ਬਲਦਾਂ ਉੱਤੇ ਰਹਿਮ ਦੀ ਨਿਗਾਹ ਟਿਕਦੀ ਹੈ। ਗੱਲ ਸੁਣੋ ਏ ਮੁੰਡਿਆ, ਤੁਸੀਂ ਨਾਰੇ ਬਲਦ ਤੇ ਹੋਰ ਦੱਸ ਕੀ ਸੀਰਮੇ ਪੀਣੇ ਨੇ। ਉਸਨੇ ਬਥੇਰਾ ਸਾਰੀ ਉਮਰ ਕਮਾਇਆ, ਹੁਣ ਤੁਹਾਡੇ ਤੋਂ ਇੱਕ ਬਲਦ ਨਹੀਂ ਲੈ ਹੁੰਦਾ। ਮਿਲਣ ਦੇ ਕਿਤੇ ਤੇਰੇ ਬਾਪੂ ਨੂੰ। ਲੋਕਾਂ ਦੇ ਖੇਤ ਗਹਿਣੇ ਲੈਣ ਨੂੰ ਪੈਸੇ ਨਿਕਲ ਆਉਂਦੇ ਨੇ, ਪਰ ਬਲਦ ਉੱਤੇ ਪੈਸੇ ਖਰਚਦੇ ਦੀ ਜਾਨ ਵੱਢੀ ਦੀ ਏ। ਜਿਸ ਕਿਸੇ ਦਾ ਬੁੱਢਾ ਬਲਦ ਹੋਵੇ ਉਸਨੂੰ ਇੱਕ ਅੱਧਾ ਸਿਆਣਾ ਯੋਜਨਾ ਕਮਿਸ਼ਨਰ ਦੇ ਪ੍ਰਧਾਨ ਵਾਂਗ ਆਪਣੀ ਆਖਰੀ ਰਾਏ ਫਰਮਾ ਛੱਡਦਾ ਹੈ। ਬਲਦ ਤੇ ਰੁਪਏ ਨਹੀਂ ਖਰਚਦੇ। ਐਤਕੀ ਤਾਂ ਸੁਣਿਆ ਏ ਇਹਨਾਂ ਨੇ ਇਹ ਵੀ ਫੈਸਲਾ ਕੀਤਾ ਏ ਬਈ ਬਿਨਾਂ ਲਗੋਟੀ ਬਾਕੀ ਕੱਪੜੇ ਪਾਉਣੇ ਵੀ ਛੱਡ ਦੇਣੇ ਨੇ। ਜਿਹੜੇ ਰੁਪਏ ਜੁੜਤੇ ਨੇ ਜੋੜ ਲਵੋ, ਜ਼ਮੀਨ ਗਹਿਣੇ ਲਈ ਚੱਲੋ ਬਸ। ਇਹਨਾਂ ਨੂੰ ਤਾਂ ਜੋੜਨ ਦੀ ਲੱਗੀ ਐ। ਇੱਕ ਕੋਲ ਬੈਠਾ ਖੜਪੈਂਚ ਆਪਣੀ ਸੁਣਾ ਛੱਡਦਾ ਹੈ, ਕੁਝ ਪੁੰਨਦਾਨ ਵੀ ਕਰਿਆ ਕਰੋ ਏ, ਧੱਜਾਂ ਜੋੜਨ ਲੱਗੇ ਹੋ। ਇਹ ਮਾਇਆ ਤਾਂ ਕਾਰੂ ਬਾਦਸ਼ਾਹ ਦੇ ਨਾਲ ਵੀ ਨਹੀਂ ਗਈ ਜਿਹਨੇ 40 ਗੰਜ ਜੋੜੇ ਸੀ। ਵਿੱਚੋਂ ਕੋਈ ਬੁੱਢਾ ਗੁਜ਼ਾਰੇ ਵਾਲਿਆ ਲਾਣਿਆਂ ਨੂੰ ਨਿਹੋਰਾ ਦੇ ਦਿੰਦਾ ਹੈ, ਬਾਬਾ ਐਵੇਂ ਹੀ ਭਰਮ ਹੁੰਦਾ ਹੈ, ਆਪਣੀ ਅਕਲ ਬਕਾਨੀ ਮਾਇਆ ਸਭ ਨੂੰ ਜ਼ਿਆਦਾ ਲੱਗਦੀ ਹੈ। ਸਹੁੰ ਗਊ ਦੀ ਐਤਕੀ ਤਾਂ ਕੰਮ ਫੱਕ ਹੀ ਹੈ। ਛੋਲਿਆਂ ਨੂੰ ਹਵਾ ਮਾਰ ਗਈ, ਕਣਕ 'ਚ ਕੰਗਿਆਰੀ ਪੈ ਗਈ। ਗਊ ਦੀ ਸਹੁੰ ਖੇਤੀ ਬਿਨਾਂ ਸਰਦਾ ਨਹੀਂ। ਐਤਕੀ ਤਾਂ ਦਿਲ ਬਾਲਾ ਹੀ ਖੱਟਾ ਪਿਆ ਏ। ਪਰ ਨਗਰ ਖੇੜੇ ਦੀ ਗੱਲ ਕਿਹੜਾ ਮੋੜਨੀ ਸੌਖੀ ਜਿਹੀ ਹੁੰਦੀ ਹੈ। 1-2 ਦਿਨਾਂ ਵਿੱਚ ਜ਼ਰੂਰ ਕਿਧਰੋਂ ਕਿਸੇ ਢਾਂਡੇ ਦਾ ਬੰਦੋਬਸਤ ਕਰਨਾ ਪੈਣਾ ਏ। 4 ਦਿਨ ਅੱਗੋਂ ਪਿੱਛੋਂ ਜਿਹੜੀ ਗੱਲ ਦਰਵਾਜ਼ੇ 'ਚ ਹੋਣ ਲੱਗ ਜਾਏ ਉਸ ਦਾ ਅਮਲੀ ਰੂਪ ਧਾਰਨ ਕਰਨ ਨੂੰ ਬਾਹਲੀ ਦੇਰ ਨਹੀਂ ਲੱਗਦੀ। ਕੋਈ ਝੁੰਗਾ ਮੀਣਾ ਮੁੱਠੀ ਸਿੰਘਾ ਬਲਦ ਕਿੱਲੇ ਤੇ ਆ ਜਾਂਦਾ ਏ। ਇਤਨੀ ਨੂੰ ਦੂਜੇ ਮੁਖੀਏ ਪਿੰਡ ਦੇ ਮੈਂਬਰ ਤੇ ਹੋਰ ਮਸਲੇ ਵਿੱਚ ਗੋਚਰੇ ਲੈ ਆਉਂਦੇ ਹਨ। ਭੋਲੇਕਿਆਂ ਦੀ ਪਤਾ ਨਹੀਂ ਕੀ ਮੱਤ ਮਾਰੀ ਗਈ ਹੈ, ਕੋਠੇ ਜਿੱਡੀ ਕੁੜੀ ਹੋ ਗਈ ਹੈ। ਹਾਲਾਂਕਿ ਤੇ ਨਾ ਥਾਂ ਵੀ ਨਹੀਂ ਧਰਿਆ। ਧੀਆਂ ਘਰੋਂ ਟੋਰਨੀਆਂ ਕਿਹੜਾ ਚੰਨਣ ਸਿਆਂ ਸੌਖੀਆਂ ਨੇ। ਚੁੱਲ੍ਹੇ ਦਾ ਮੂੰਹ ਦੂਜੇ ਪਾਸੇ ਹੋ ਜਾਂਦਾ ਹੈ। ਆਪੋ ਆਪਣੀ ਕਬੀਲਦਾਰੀ ਹੁੰਦੀ ਹੈ। ਸਾਲ 6 ਮਹੀਨੇ ਵਿੱਚ ਕਿਧਰੇ ਚੰਗਾ ਮੁੰਡਾ ਦੇਖ ਕੇ 4 ਭਮਾਲੀਆਂ ਦੇ ਕੇ ਆਪੇ ਪੈਰ ਫੇਰ ਦੇਵਾਂਗੇ। ਰਾਮ ਜੀ, ਗੱਲ ਇਉਂ ਹੈ ਬਈ ਨਗਰ ਖੇੜੇ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਸਭ ਦੀ ਸਾਂਝੀ ਹੁੰਦੀ ਹੈ। ਉੱਤੋਂ ਸਹੁਰਾ ਜ਼ਮਾਨਾ ਕਸੂਤਾ ਹੈ। ਧੀ ਧਿਆਣੀ ਤਾਂ ਆਪਣੇ ਘਰ ਹੀ ਸੌਂਦੀ ਹੈ। ਕੋਲੋਂ ਇੱਕ ਸਿਆਣਪ ਭਰਿਆ ਜਵਾਬ ਫਰਮਾ ਛੱਡਦਾ ਹੈ, ਜਦੋਂ ਲੋਕ ਚੌਂਕੜੀਆਂ ਤੇ ਗੱਲਾਂ ਕਰਨ ਲੱਗ ਜਾਣ ਉਦੋਂ ਕਿਸੇ ਕੰਮ ਵਿੱਚ ਦੇਰ ਨਹੀਂ ਕਰਨੀ ਚਾਹੀਦੀ। ਹੁਣ ਜਿੱਦਣ ਕਿਤੇ ਸੇਵਾ ਸਿਉ ਮਿਲਿਆ ਗੱਲ ਕਰਾਂਗੇ। ਬਈ ਬਾਲੀ ਚਰਚਾ ਕਰਾਈ ਦੀ ਨਹੀਂ ਹੁੰਦੀ। ਇਹ ਸਹੁਰੀ ਦੰਦ ਕਥਾ ਬੁਰੀ ਹੁੰਦੀ ਹੈ। ਇੱਕ ਤਰ੍ਹਾਂ ਇੱਕ ਆਦਮੀ ਸਭਾ ਦਾ ਫੈਸਲਾ ਉਸ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਓਟ ਲੈਂਦਾ ਹੈ। ਇਹਨਾਂ ਲੋਕਾਂ ਦੀਆਂ ਜ਼ਿੰਮੇਵਾਰੀਆਂ ਵਕਤ ਸਿਰ ਨਿਭਾਉਣ ਦੀ ਠੱਪ ਚੰਦ ਵੀ ਇਹਨਾਂ ਸਭਾਵਾਂ ਵਿੱਚ ਹੀ ਕੀਤੀ ਜਾਂਦੀ ਹੈ। ਨੈਣਾ ਸਿਆਂ, ਕੱਲ ਮੈਂ ਉਧਰ ਨੀਵੀਂ ਬੀਹੀ ਲੰਘਿਆ ਸੀ। ਮੈਨੂੰ ਅੱਗੇ ਪਾਥੀਆਂ ਦਾ ਟੋਕਰਾ ਲੈ ਆਉਂਦੀ ਸੰਤੀ ਕਿਉਂ ਨਾ ਟੱਕਰ ਪਈ। ਮੈਂ ਕਿਹਾ, ਸੰਤੀਏ, ਸੁੱਖ ਨਾਲ ਗੁਹਾਰੇ ਜਿੱਡੀ ਨੂੰਹ ਦੇ ਹੁੰਦਿਆਂ ਤੇਰਾ ਇਹ ਹਾਲ। ਬਸ ਗੱਲ ਕਰਨ ਦੀ ਢੇਰ ਸੀ, ਭਰੇ ਹੋਏ ਛਾਲੇ ਵਾਂਗੂ ਫਿੱਸ ਪਈ। ਕਹਿੰਦੀ, ਨੂੰਹ ਰਾਣੀ ਨੂੰ 8 ਮਹੀਨੇ ਹੋ ਗਏ ਪੇਕੀ ਗਈ ਨੂੰ, ਉੱਥੇ ਬਿਟਰੀ ਬੈਠੀ ਐ। ਜਾਏ ਖਾਣੇ ਕੁਪੱਤਿਆਂ ਨਾਲ ਵਾਹ ਪੈ ਗਿਆ। ਨਾ ਟੋਰਦੇ ਨੇ ਨਾ ਜਵਾਬ ਦਿੰਦੇ ਨੇ। ਮੈਂ ਕਿਹਾ, ਹੈ ਸੌਰੀ ਕਮਲੀ, ਜਵਾਬ ਦੇਣ ਦੀ ਕੀ ਗੱਲ ਕਹੀ। ਪਿੰਡ ਕਿਤੇ ਜਿਉਂਦਾ ਹੀ ਮਰ ਗਿਆ। ਜਦੋਂ 4 ਭਾਈ ਇਕੱਠੇ ਹੋ ਗਏ ਕਰਾਂਗੇ ਤੇਰੀ ਨੂੰਹ ਨੂੰ ਲਿਆਉਣ ਵਾਲੀ ਗੱਲ। ਜੇ 15 ਦਿਨਾਂ ਦੇ ਅੰਦਰ ਅੰਦਰ ਆਪ ਗੱਡੀ ਜੋੜ ਕੇ ਨਾ ਛੱਡ ਕੇ ਤਾਂ ਪਿੰਡ ਦੀ ਪੰਚਾਇਤ ਨਾ ਸਮਝੀ। ਬਈ ਹਰਨਾਮ ਸਿਆਂ, ਉਸ ਦਾ ਕੁਝ ਕਰਨਾ ਚਾਹੀਦਾ, ਨਹੀਂ ਤਾਂ ਸਾਰੇ ਨਗਰ ਖੇੜੇ ਦਾ ਨੱਕ ਵੱਢਿਆ ਜਾਊ। ਇਉਂ ਮਤਾ ਪਕਾ ਕੇ ਕਿਸੇ ਆਉਂਦੇ ਜਾਂਦੇ ਦੇ ਹੱਥ ਸੁਨੇਹਾ ਭੇਜ ਦਿੰਦੇ ਹਨ ਕਿ ਮੁੰਡੇ ਦੇ ਸਹੁਰਿਆਂ ਨੂੰ ਕਹਿ ਦਿਓ ਭਲੀ ਪੁੱਤ ਨਾਲ ਬਹੂ ਨੂੰ ਛੱਡ ਜਾਣ, ਨਹੀਂ ਤਾਂ ਫਿਰ ਜੋ ਸਰੀ ਬਣੀ ਸਾਡਾ ਪਿੰਡ ਕਰ ਲਵੇਗਾ। ਅਜਿਹੇ ਸੁਨੇਹੇ ਦੀ ਦੇਰ ਹੁੰਦੀ ਹੈ ਕਿ ਪਿੰਡ ਦੇ ਏਕੇ ਦੀ ਸ਼ਕਤੀ ਦਾ ਤਾਬ ਨਾ ਝੱਲਦਿਆਂ ਹੋਇਆਂ ਦੂਜੇ ਆਥਣ ਸ਼ਾਮੀ ਸੁਨੇਹਾ ਆ ਜਾਂਦਾ ਹੈ, ਸਾਡੇ ਪ੍ਰਾਹੁਣੇ ਨੂੰ ਭੇਜ ਦਿਓ, ਨਾਲੇ ਮਿਲ ਜੂ ਨਾਲੇ ਭਜਨ ਨੂੰ ਲੈ ਜਾਊ। ਪਿੰਡ ਦੇ ਆਰਥਿਕ ਲੇਖੇ ਪੱਤੇ ਵੀ ਇਸ ਤਰ੍ਹਾਂ ਦੀਆਂ ਦੁਪਹਿਰਾਂ ਵਿੱਚ ਬੈਠਕਾਂ ਵਿੱਚ ਨਿਬੇੜੇ ਜਾਂਦੇ ਹਨ। ਗੱਲ ਸੁਣੋ ਏ ਸੰਤੂ, ਸੁਣਿਆ ਤੂੰ ਕਹਿੰਦਾ ਹੈ ਅਖੇ ਨਾਵੇਂ ਦੀ ਮਿਆਦ ਲੰਘ ਗਈ। ਭਲਾ ਇਹ ਦੱਸ ਤੂੰ ਮਰ ਗਿਆ ਏ ਕਿ ਅਸੀਂ ਮਰ ਗਏ ਹਾਂ। ਜੇ ਲੋੜ ਵੇਲੇ ਲਏ ਸੀ ਤਾਂ ਹੁਣ ਹੱਥ ਬੰਨ੍ਹ ਕੇ ਦੇ। ਮਿਆਦਾਂ ਤਾਂ ਜਿਉਂਦੇ ਜੀ ਹੁੰਦੀਆਂ ਨੇ, ਕੀ ਜਿਉਂਦਾ ਹੀ ਮਰ ਗਿਆ ਏ। ਅਖੇ ਮਿਆਦ ਪੁੱਗ ਗਈ। ਚਾਚਾ, ਮੈਂ ਕਿਹੜਾ ਨਗਰ ਖੇੜੇ ਤੋਂ ਨਾਬਰ ਹਾਂ, ਪਰ ਇਹ ਤਾਂ ਦੇਖੋ ਵਿਆਜ ਕਿੰਨਾ ਪਿਆ ਹੋਇਆ ਏ। ਛੱਡ ਓਏ ਭਜਨਿਆ ਵਿਆਜ, ਐਵੇਂ ਗਰੀਬਾਂ ਦੀ ਰੱਤ ਨਹੀਂ ਚੁੱਸੀ ਦੀ।
ਇਸ ਤਰ੍ਹਾਂ ਇੱਕ ਦੋ ਸ਼ਕਤੀਵਾਰ ਬੰਦੇ ਦੋਹਾਂ ਪਾਸਿਆਂ ਸਮਝੌਤੀਆਂ ਦੇ ਕੇ ਇੱਕ ਪਾਸੇ ਮਰੇ ਹੋਏ ਨਾਮੇ ਦੇ ਹਰੇ ਕਰਾ ਦਿੰਦੇ ਹਨ ਤੇ ਦੂਜੇ ਪਾਸੇ ਦੇਣ ਵਾਲੇ ਨੂੰ ਵਿਆਜ ਮਾਫ ਕਰਾ ਦਿੰਦੇ ਹਨ। ਤਾਇਆ, ਮੈਨੂੰ ਰੁਪਈਆਂ ਦੀ ਲੋੜ ਹੈ। ਤੈਨੂੰ ਪਤਾ ਹੈ ਬਈ ਐਤਕੀ ਕੁੜੀ ਦਾ ਵਿਆਹ ਕਰਕੇ ਹਟੇ ਸੀ ਕਿ ਉੱਤੋਂ ਬੁੜਾ ਮਰ ਗਿਆ। ਉਸ ਦੇ ਮਹੋਸ਼ੇ ਉੱਤੇ 6-700 ਸੋਬਤੀ ਹੀ ਲੱਗ ਗਏ। ਹੁਣ ਇੱਕ ਬਲਦ ਹਾਰ ਗਿਆ ਹੈ, ਕਿਵੇਂ ਵਰਾ ਲਗਾਉਣਾ ਹੈ? ਚੰਨਣ ਨੂੰ ਬਥੇਰਾ ਕਿਹਾ, ਪਰ ਇਹ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦਾ। ਕਹਿੰਦੇ ਮੇਰੇ ਕੋਲ ਕਿੱਥੇ ਨੇ ਰੁਪਏ। ਇਸ ਤਰ੍ਹਾਂ ਇੱਕ ਲੋੜਵੰਦ ਆਪਣੀ ਮੁਸ਼ਕਿਲ ਇਸ ਯੋਜਨਾ ਕਮਿਸ਼ਨ ਦੇ ਆਪੇ ਬਣੇ ਮੈਂਬਰਾਂ ਸਾਹਮਣੇ ਰੱਖ ਦਿੰਦਾ ਹੈ। ਇਹ ਫਿਰ ਉਹਨਾਂ ਦਾ ਕੰਮ ਹੋ ਜਾਂਦਾ ਹੈ ਕਿ ਉਸ ਨੂੰ ਉਸੇ ਸ਼ਾਮੀ ਤੋਂ ਰੁਪਈਆ ਲੈ ਕੇ ਦੇਣ। ਜੇ ਤੈਨੂੰ ਤਾਰੇ ਤੇ ਇਤਬਾਰ ਨਹੀਂ, ਲਿਆ ਲਵਾ ਮੇਰਾ ਗੁੱਠਾ, ਅਸੀਂ ਸਾਰੇ ਜਾਮਨੀ ਤੈਨੂੰ ਦੇਣ ਨੂੰ ਤਿਆਰ ਹੈ। ਜਦੋਂ ਤੇਰੇ ਕੋਲ ਹੈਗੇ ਤੂੰ ਇਹ ਦੱਸ ਬਈ ਫਿਰ ਦਿੰਦਾ ਕਾਹਤੋਂ ਨਹੀਂ। ਉਸ ਜੱਟ ਸ਼ਾਹ ਉੱਤੇ ਇਸ ਤਰ੍ਹਾਂ ਧੌਂਸ ਜਮਾਈ ਜਾਂਦੀ ਹੈ ਜਿਵੇਂ ਰੁਪਈਆ ਲੈਣ ਵਾਲੇ ਤੋਂ ਕਰਜ਼ਾ ਨਹੀਂ, ਸਗੋਂ ਦਿੱਤੇ ਹੋਏ ਰੁਪਏ ਵਸੂਲਣੇ ਹੁੰਦੇ ਹਨ। ਤੁਸੀਂ ਮੇਰੀ ਊਈ ਚਮੜੀ ਲਾ ਲਓ, ਜੇ ਹੁੰਦੇ ਤਾਂ ਮੇਰੇ ਕੋਲ, ਮੈਨੂੰ ਕਿਸੇ ਤੋਂ ਕਹਾਉਣ ਦੀ ਕੀ ਲੋੜ ਪੈਂਦੀ ਸੀ। ਅੱਗੇ ਦੱਸੋ, ਕਦੋਂ ਕਿਸੇ ਤੋਂ ਕਹਾਇਆ? ਪਿੰਡ ਦਾ ਅੱਖੜ ਜੱਟ ਸ਼ਾਹ ਆਪਣੀ ਪਹਿਲਾਂ ਕੀਤੀ ਨਾ ਹੋਰ ਪੱਕੀ ਕਰਨ ਦਾ ਯਤਨ ਕਰਦਾ ਹੈ। ਪਹਿਲਾਂ ਇਹ ਦੱਸ ਬਈ, ਸਿੰਗੀ ਕਦੇ ਉੱਥੇ ਵੀ ਲੱਗਦੀ ਹੈ ਜਿੱਥੇ ਖੂਨ ਨਾ ਹੋਵੇ, ਤੇ ਤੇਰੇ ਕੋਲ ਹੈਗੇ ਸੀ ਤਾਂ ਅਗਲੇ ਨੇ ਮੰਗੇ। ਰੱਬ ਭਾਈ ਕਿਸੇ ਨੂੰ ਗਰਜ਼ ਨਾ ਪਾਵੇ, ਚਾਹੇ ਕਿਸ ਤੋਂ ਫੜ ਕੇ ਲਿਆ ਕੇ ਦੇ, ਇਹ ਕੰਮ ਤਾਂ ਭਾਈ ਤੇਰੀ ਸਾਰੇ ਸਰੇਗਾ। ਅਜਿਹੀ ਮਨੋਵਿਗਿਆਨਿਕ ਟੁੰਬ ਨਾਲ ਜੱਟ ਸ਼ਾਹ ਦੇ ਮਨ ਨੂੰ ਪਿੰਗਲਾ ਦਿੱਤਾ ਜਾਂਦਾ ਹੈ। ਚੰਗਾ, ਫਿਰ ਹਫ਼ਤਾ 10 ਦਿਨ ਠਹਿਰੋ, ਕਿਧਰੋਂ ਸਾਕ ਨਾਤੇ ਤੋਂ ਮੰਗ ਤੰਗ ਕੇ ਤੇਰਾ ਬੁੱਤਾ ਸਾਰਾਂਗੇ। ਪਿੰਡ ਦਾ ਆਖਿਆ ਕਿਹੜਾ ਮੋੜਨਾ ਸੌਖੀ ਗੱਲ ਹੈ। ਇਉਂ ਕਹਿ ਕੇ ਨਹੀਂ, ਸਗੋਂ ਕਹੇ ਹੋਏ ਨੂੰ ਅਮਲ ਵਿੱਚ ਲਿਆ ਕੇ ਹੀ ਬੰਦਾ ਪਿੰਡ ਦੀ ਸੱਥ ਵਿੱਚ ਮੁੜ ਕੇ ਖੜਨ ਬੈਠਣ ਜੋਗਾ ਹੋ ਸਕਦਾ ਹੈ। ਮਰਨ ਵਾਲੇ ਬੁੱਢੇ ਬੁੱਢੀਆਂ ਬਾਰੇ ਦੁਪਹਿਰ ਦੀਆਂ ਵੇਲਾਂ ਵਿੱਚ ਪਹਿਲਾਂ ਤੋਂ ਹੀ ਵਿਉਂਤਾਂ ਪਾ ਲਈਆਂ ਜਾਂਦੀਆਂ ਹਨ। ਹੁਣ ਆਪਣੇ ਪਿੰਡ ਵਿੱਚ ਬੱਸੋ ਬੁੜੀ ਦੀ ਸਭ ਤੋਂ ਵੱਡੀ ਉਮਰ ਹੈ। ਸੁੱਖ ਨਾਲ ਆਪਣੇ ਪੜੋਤੇ ਖਿਡਾ ਲਏ ਹਨ। ਹੋਰ ਕੀ ਹੁਣ ਵਣ ਵਧਣੇ ਨੇ। ਕਿਵੇਂ ਔਖੀ ਸੌਖੀ ਜੇ 10-15 ਸਾਲ ਹੋਰ ਕਟਾ ਦੇਵੇ ਤਾਂ ਹੰਗਾਮਾ ਤਾਂ ਚੰਗਾ ਦੇਖੀਏ, ਕਿਧਰੇ ਕੋੜ ਨਾ ਐਵੇਂ ਨਾ ਦਮ ਤੋੜ ਜਾਵੇ। ਕਰਦੇ ਤਾਂ ਚਾਹੁੰਦੇ ਹਨ ਪਰੇ ਮਰੇ ਖਪੇ, ਪਰ ਪਿੰਡ ਨੂੰ ਜ਼ਰੂਰ ਕੋਈ ਤਦਬੀਰ ਸੋਚਣੀ ਚਾਹੀਦੀ ਹੈ। ਕਿਸੇ ਗੱਲੋਂ ਤਾਂ ਪਿੰਡ ਦਾ ਨਾਂ ਇਲਾਕੇ ਵਿੱਚ ਨਿਕਲਣਾ ਚਾਹੀਦਾ ਹੈ। ਆਪਣੇ ਪਿੰਡ ਕੋਈ ਬੁੜੀ ਸਿਉਣੀ ਦੀ ਪੌੜੀ ਨਹੀਂ ਚੜੀ। ਆਖਦੇ ਨੇ ਵੱਡੀ ਮੋਹੋਲੀ ਇੱਕ ਬੁੜਾ ਨੱਤਿਆਂ ਵਾਲਾ ਹੋ ਕੇ ਮਰਿਆ ਸੀ, ਆਖੇ ਉਸ ਨੂੰ ਸੋਨੇ ਦੀ ਪੌੜੀ ਚੜਾਇਆ ਸੀ। ਬੁੜੀ ਜੇ ਮਰ ਜਾਏ ਪਟੜੀ, ਫਿਰ ਗਦੌੜਾ ਤਾਂ ਨੌਦੇ ਕਿਆਂ ਨੂੰ ਫੇਰ ਵੀ ਫੇਰ ਨਹੀਂ ਪੈਣਾ ਏ। ਬੁੜੀ ਜੇ ਹੁਣ ਮਰ ਜਾਏ ਪਟੜੀ, ਫਿਰ ਗਦੌੜਾ ਤਾਂ ਨੌਦੇ ਕਿਆਂ ਨੂੰ ਫੇਰ ਨਹੀਂ ਪੈਣਾ ਏ। ਬੁੜੀ ਮਰੀ ਨੂੰ ਅੰਦਰ ਥੋੜ੍ਹੇ ਲੁਕਾਇਆ ਜਾਂਦਾ ਹੈ। ਨਕੌੜਾ ਕੱਢ ਕੇ ਫਿਰ ਜੋਗੇ ਫਿਰ ਉਹ ਵੀ ਨਹੀਂ ਰਹਿਣੇ। ਸਭਾ ਵਿੱਚ ਬੈਠਾ ਇੱਕ ਅੜਬੰਗ ਬੁੜਾ ਅਗਾਊਂ ਹੀ ਮਿਹਣਾ ਮਾਰ ਛੱਡਦਾ ਹੈ, ਤਾਇਆ ਇਹ ਐਵੇਂ ਗੱਲਾਂ ਹੁੰਦੀਆਂ ਨੇ। ਨੰਬਰਦਾਰਾਂ ਦਾ ਚੇਤੂ ਬੁੜਾ ਮਰ ਗਿਆ, ਉਸਨੇ ਹੰਗਾਮਾ ਤਾਂ ਕੀ ਕਰਨਾ ਸੀ, ਜਵਾਕ ਵੀ ਨਾ ਖਵਾਏ। ਉਹਨਾਂ ਦਾ 10 ਪਿੰਡਾਂ ਨੇ ਕੀ ਕਰ ਲਿਆ। ਪਿੰਡ ਨੇ ਕਰਨਾ ਹੋਵੇ ਤਾਂ ਬਥੇਰਾ ਕੁਛ ਕਰ ਲੈਂਦਾ, ਜਿਹੜਾ ਕਚੀਰਾ ਮਤਲਬ ਕੁਚਰਚਾ ਹੋ ਜਾਂਦਾ। ਇਹ ਕਿਤੇ ਛੋਟੀ ਗੱਲ ਹੁੰਦੀ ਹੈ। ਮਰਨ ਵਾਲੇ ਬੁੱਢੇ ਬੁੱਢੀਆਂ ਨੂੰ ਅੰਦਰ ਨਹੀਂ ਲੁਕਾਉਣਾ ਚਾਹੀਦਾ। ਜਿਹੋ ਜਿਹਾ ਸਰਦਾ ਬਣਦਾ ਹੋਵੇ ਅਗਲਾ ਸਿਰ ਤੋਂ ਭਾਰ ਲਾ ਦੇਵੇ। ਬੁੱਢੇ ਆਪਣੇ ਮਰਨ ਤੋਂ ਬਾਅਦ ਕੁਝ ਪੁੰਨਦਾਨ ਦੀਆਂ ਪ੍ਰੇਰਨਾਤਮਕ ਗੱਲਾਂ ਤੋਂ ਪਹਿਲਾਂ ਹੀ ਤਾਣਾ ਬਾਣਾ ਛੋੜ ਛੱਡਦੇ ਨੇ। ਇੰਜ ਪਿੰਡ ਦੇ ਜੰਮਣ ਮਰਨ, ਵਿਆਹ ਸ਼ਾਦੀਆਂ ਤੇ ਮਰਨੇ ਪਰਨੇ ਬਾਰੇ ਖਿਆਲ ਦੁਪਹਿਰਾਂ ਦੀ ਵਿਹਲ ਵਿੱਚ ਜੰਮਦੇ ਪਲਦੇ ਤੇ ਅਮਲਾਂ ਵਿੱਚ ਢਲਦੇ ਰਹਿੰਦੇ ਹਨ। ਵੱਡੇ ਦਰਵਾਜ਼ੇ ਦੀਆਂ ਚੌਂਕੜੀਆਂ ਉੱਤੇ ਇੱਕ ਪਾਸੇ ਤਾਸ਼ ਦੀਆਂ ਗੋਲਾਂ ਕੁੱਟ ਦਿਓਰ ਭਾਬੀ ਸਰਾਂ ਮੰਗਣ ਦੀਆਂ ਬਾਜ਼ੀਆਂ ਲੱਗ ਰਹੀਆਂ ਹੁੰਦੀਆਂ ਹਨ। ਦੂਜੇ ਪਾਸੇ ਦੂਜੀਆਂ ਢਾਣੀਆਂ ਖੁੱਤੀਆਂ ਵਿੱਚ ਰੀਠੇ ਕੌਡੀਆਂ ਤੇ ਪੈਸੇ ਪਾ ਨਿਸ਼ਾਨਾਬਾਜ਼ੀ ਤੇ ਜ਼ੋਹਰ ਅਜ਼ਮਾ ਰਹੀਆਂ ਹੁੰਦੀਆਂ ਹਨ। ਇੱਕ ਖੁੰਝੇ ਬੁੱਢੇ ਤੇ ਅਧਖੜ ਆਦਮੀ ਮੁੰਝ ਦੀਆਂ ਢਾਈਆਂ ਪਾ ਰਹੇ ਹੁੰਦੇ ਹਨ ਤੇ ਵਿੱਚ ਕੋਈ ਵਾਣ ਵੱਟ ਰਿਹਾ ਹੁੰਦਾ ਹੈ ਤੇ ਕੋਈ ਡੰਗਰਾਂ ਦੇ ਰੱਸੇ। ਇਹ ਸਾਰੇ ਜਣੇ ਆਪੋ ਆਪਣੇ ਕੰਮਾਂ ਤੋਂ ਉਕਤਾ ਜਾਂਦੇ ਹਨ ਤਾਂ ਬਾਰਾ ਸਿੰਘ, ਜਿਹੜਾ ਸਾਰੇ ਆਸ਼ਕਾਂ ਦੇ ਕਿੱਸਿਆਂ ਦੀ ਕਿਤਾਬ ਇੱਕ ਜਿਲਦ ਵਿੱਚ ਕਰਾ ਕੇ ਨਾਲ ਲਿਆਇਆ ਹੁੰਦਾ ਹੈ, ਉਦੋਂ ਇਹਨਾਂ ਲਈ ਦਿਲਚਸਪੀ ਦਾ ਕੇਂਦਰ ਬਣ ਜਾਂਦਾ ਹੈ। ਬਈ ਬਾਰਾ ਸਿਆਂ, ਸੁਣਾ ਕੋਈ ਚੌਂਦੀ ਆਪਣੇ ਕੱਛ ਵਿਚਲੇ ਗ੍ਰੰਥ ਵਿੱਚੋਂ। ਬਾਰਾ ਜਿਵੇਂ ਕਿਸੇ ਧਾਰਮਿਕ ਪੁਸਤਕ ਵਿੱਚੋਂ ਵਾਕ ਲੈਣਾ ਹੋਵੇ, ਚੰਗੇ ਪਾਠੀ ਵਾਂਗ ਆਸ਼ਕਾਂ ਮਸ਼ੂਕਾਂ ਦੇ ਕਿੱਸਿਆਂ ਦੇ ਗ੍ਰੰਥ ਖੋਲ੍ਹ ਕੇ ਪੱਤਰੇ ਉਲੱਦ ਕੇ
ਪੂਰੇ ਰਹਾਉ ਨਾਲ ਕਵਿਤ ਪੜ੍ਹਦਾ ਹੈ ਤੇ ਸਾਰੇ ਚੁੱਪ ਵਰਤ ਜਾਂਦੀ ਹੈ। ਦੂਜੇ ਪਾਸੇ ਖੇਡ ਰਹੇ ਛੋਟੇ ਮੁੰਡਿਆਂ ਨੂੰ ਚੁੱਪ ਕਰਾਉਣ ਲਈ ਬੁੜੇ ਤੇ ਸਿਆਣੇ ਬੰਦੇ ਰੋਹਬ ਨਾਲ ਝਿੜਕ ਕੇ ਚੁੱਪ ਕਰ ਓਏ, ਚੁੱਪ ਕਰ ਓਏ। ਪਾਈ ਐ ਕਿਵੇਂ ਕਾਵਾਂ ਰੌਲੀ, ਕਿੱਥੇ ਅਗਲੀਆਂ ਪੱਥ ਕੇ ਦਰਵਾਜ਼ੇ ਸੁੱਟ ਗਈਆਂ ਨੇ, ਥੋਤੋਂ ਟਿੱਕੇ ਨਹੀਂ ਬਹਿ ਹੁੰਦਾ, ਪੈ ਲੈਣ ਦਿਓ ਕੰਨਾਂ ਵਿੱਚ ਕੋਈ ਰੱਬ ਦੀ ਕਰਦੀ। ਇਹਨਾਂ ਕਰੜੇ ਵਾਕਾਂ ਨਾਲ ਸਾਰੇ ਚੁੱਪ ਵਰਤਾ ਛੱਡਦੇ ਹਨ। ਲੈ ਵੀ ਬਾਰਾ ਸਿੰਘ ਕਵਿਤ ਪੜ੍ਹੀ, ਬਸ ਜਿਵੇਂ ਮਸਤ ਊਠ ਸਿਆਲ ਦੇ ਮਹੀਨੇ ਮਕੜਾ ਮਾਰਦਾ ਮੇਲੇ ਜਾਂਦਾ ਹੁੰਦਾ। ਜ਼ਬਾਨ ਪਟਾਕ ਪਟਾਕ ਕੜਕੇ ਰਹਾਉ ਨਾਲ ਪੜ੍ਹੀ। ਲੋ ਬਈ ਸੁਣੋ, ਜਦੋਂ ਕਾਕਾ ਕਿਰਪਾਲ ਲੋਪੋ ਦੀਆਂ ਕੋਲ ਲੰਘਿਆ ਪ੍ਰਤਾਪੀ ਸੁਨਿਆਰੀ ਨਾਲ ਅੱਖ ਲੜ ਗਈ। ਫੇਰ ਦੇਖੋ ਅੱਗੇ ਕੀ ਕਾਰ ਹੋਏ। ਕੋਈ ਆਖੇ ਨੱਡੀ ਨੀ ਮੇਰੇ ਵੱਲ ਵੇਖਦਾ ਸੀ, ਕੋਈ ਆਖੇ ਭੈਣੋ ਮੈਨੂੰ ਅੱਖਾਂ ਮਟਕਾ ਗਿਆ, ਕੋਈ ਆਖੇ ਮੈਨੂੰ ਨੀ ਬੁਲਾਵੇ ਨਾਲ ਸੈਨਤਾਂ ਦੇ, ਵੱਡੀ ਜਾ ਮੈਂ ਘੂਰਦਾ ਤੜਕ ਨੀਵੀਂ ਪਾ ਗਿਆ, ਕੋਈ ਆਖੇ ਟੇਢੀ ਨਿਗਾਹ ਵੇਖਦਾ ਸੀ ਮੇਰੇ ਵੱਲ, ਸਾਹਮਣੇ ਮੈਂ ਝਾਕੀ ਤਦੋਂ ਅੱਖਾਂ ਨਹੀਂ ਚੁਰਾ ਗਿਆ। ਤੇ ਜਿਹੜਾ ਪ੍ਰਤਾਪੀ ਦਾ ਹਾਲ ਹੋਇਆ ਉਹ ਮੈਂ ਗੋਲਕ ਚੰਦ ਦੇ ਕਿੱਸੇ ਵਿੱਚ ਸੁਣਾਉਣਾ। ਬਸ ਉਹੀ ਚਾਂਗਰਾਂ ਹੀ ਪਵਾ ਦਿੱਤੀਆਂ ਨੇ। ਦੇਖ ਕਾਕੇ ਨੂੰ ਸੁਨਿਆਰੀ ਮੋਮ ਹੋ ਗਈ ਵਿਚਾਰੀ, ਜਿੰਦ ਜਾਨ ਗਈ ਵਾਰੀ, ਅੱਖਾਂ ਰਹਿ ਗਈਆਂ ਗੱਡੀਆਂ, ਸੱਦ ਕੇ ਅਗਲ ਕਿਹਾ ਨਾਲ ਮੇਰੇ ਲੱਗ, ਮੈਨੂੰ ਚੱਲਿਆ ਤੂੰ ਠੱਗ, ਜੱਗ ਜਿਉਂਦੀ ਨਾ ਛੱਡੀਆਂ, ਮੈਨੂੰ ਰੱਖ ਲੈ ਮਸ਼ੂਕ, ਦਿੱਤਾ ਚੰਦਰੀ ਨੂੰ ਫੂਕ, ਸੀਨੇ ਮਾਰ ਕੇ ਬੰਦੂਕ, ਸਾਂਗਾ ਨੇਤਰਾਂ ਨੇ ਗੱਡੀਆਂ। ਬੱਲੇ ਓਏ ਗੋਲਕ ਚੰਦਾ, ਤਾਇਆ ਸੁਣਿਆ ਆਪਣਾ ਹੀਰਾ ਬੁੜਾ ਕਾਕੇ ਕਿਰਪਾਲ ਨੂੰ ਨਾਭੇ ਫੌਜ ਵਿੱਚ ਮਿਲ ਕੇ ਆਇਆ ਸੀ। ਇਸ ਨੇੜੇ ਦੇ ਇਲਾਕੇ ਵਿੱਚ ਵਰਤੀ ਘਟਨਾ ਦਾ ਸਵਾਦ ਲੈਣ ਲਈ ਪੇਂਡੂ ਸ਼ੌਕੀਨ ਨਵਾਂ ਸਵਾਲ ਖੜਾ ਕਰ ਦਿੰਦਾ ਏ। ਇੱਕ ਵਾਰੀ ਤਾਂ ਛਪਾਰ ਦੇ ਮੇਲੇ ਤੇ ਮੈਂ ਵੀ ਦੇਖਿਆ ਸੀ, ਮੁੰਡਿਆਂ ਦੀ ਘਟਾਣੀ ਨਾਲ ਕਿੱਕਰ ਦੀ ਗੇਲੀ ਜਿੱਡਾ ਜਵਾਨ ਜਾਵੇ। ਕਹਿੰਦੇ ਇਹ ਕਾਕਾ ਕਿਰਪਾਲ ਜਿਹੜੇ ਪ੍ਰਤਾਪੀ ਸੁਨਿਆਰੀ ਨਾਲ ਦੋਸਤੀ ਦੇ ਚਿੱਠੇ ਛਪੇ ਨੇ। ਕਾਕੇ ਦਾ ਮੂੰਹ ਉਦੋਂ ਪੀਲਾ ਭੂਖ ਹੋਇਆ ਪਿਆ ਸੀ। ਕਹਿੰਦੇ ਪ੍ਰਤਾਪੀ ਨੂੰ ਉਹਨਾਂ ਦੇ ਘਰਦਿਆਂ ਇਸ ਸਾਲ ਮਰਵਾ ਦਿੱਤਾ ਸੀ, ਪਰ ਅਸ਼ਕੇ ਜਾਈਏ ਲੁਧਿਆਣੇ ਵਾਲੇ ਅੰਗਰੇਜ਼ ਪੁਲਿਸ ਕਪਤਾਨ ਵਟਨ ਸਾਹਿਬ ਦੇ, ਉਸਨੇ ਵੀ 6 ਮਹੀਨੇ ਪਿੱਛੋਂ ਟਿੱਬਿਆਂ ਵਿੱਚੋਂ ਹੱਡ ਕਢਵਾ ਲਏ। ਤਾਂ ਹੀ ਤਾਂ ਮੁੰਡੇ ਬੋਲੀ ਪਾਉਂਦੇ ਹੁੰਦੇ ਹਨ, ਹੱਡ ਪ੍ਰਤਾਪੀ ਦੇ ਬਟਨ ਸਾਹਿਬ ਨੇ ਟੋਲੇ। ਚਾਚਾ ਪ੍ਰਤਾਪੀ ਨੇ ਊਂ ਤਾਂ ਇਲਾਕੇ ਦਾ ਨਾਂ ਕੱਢ ਦਿੱਤਾ, ਨਹੀਂ ਤਾਂ ਪਹਿਲਾਂ ਆਖਦੇ ਸੀ ਜਿੰਨੇ ਆਸ਼ਿਕ ਮਸ਼ੂਕ ਤੇ ਪ੍ਰੇਮੀ ਬੰਦੇ ਹੋਏ ਨੇ ਸਭ ਚਨਾਂ ਦੇ ਕੰਢੇ ਹੀ ਹੁੰਦੇ ਰਹੇ ਨੇ। ਇੱਧਰ ਆਪਣੇ ਬੰਨੀ ਤਾਂ ਸਿੱਧੇ ਸਾਦੇ ਸਾਦਾ ਸੰਤਾਂ ਦੀ ਬੰਦਿਆਂ ਦੀ ਗੱਲ ਚੱਲਦੀ ਸੀ। ਕੁਝ ਵੀ ਹੋਵੇ ਜੀ ਕਰਾਰਾ ਕਰਨ ਲਈ ਇਹੋ ਜਿਹੇ ਬੰਦੇ ਵੀ ਚਾਹੀਦੇ ਹਨ। ਓਏ ਇਹ ਪ੍ਰੇਮੀ ਕਾਦੇ ਸੀ, ਐਵੇਂ ਖੁੱਚੀ ਘਟਾ ਪਵਾਉਂਦੇ ਮਰ ਗਏ। ਸੱਚੇ ਪ੍ਰੇਮੀ ਤਾਂ ਰੱਬ ਦੇ ਹੁੰਦੇ ਨੇ। ਚੰਗਾ ਹੋਇਆ ਆਪਣੇ ਵੱਲ ਇਹ ਪਿਰਤ ਨਹੀਂ ਪਈ। ਇੱਧਰ ਸੰਤ ਸਾਧ ਸਾਈ ਲੋਕ ਰੱਬ ਨੂੰ ਪਹੁੰਚਣ ਵਾਲੇ ਬਥੇਰੇ ਹੋ ਚੁੱਕੇ ਨੇ, ਸੂਰਮੇ ਵੀ ਘੱਟ ਨਹੀਂ। ਜੂਨੇ ਮੌੜ ਦਾ ਕਿਹਨੇ ਟਾਕਰਾ ਕਰਨਾ ਹੋਇਆ, ਧਨੀਆਂ ਨੂੰ ਲੁੱਟਦਾ ਸੀ, ਗਰੀਬਾਂ ਨੂੰ ਰੁਪਏ ਵੰਡ ਦਿੰਦਾ ਸੀ। ਕਹਿੰਦੇ ਸੰਗਰੂਰ ਕੋਲ ਇੱਕ ਪਿੰਡ ਇੱਕ ਗਰੀਬ ਜੱਟ ਦੀ ਜਵਾਨ ਧੀ ਰੋਟੀ ਲੈ ਕੇ ਗਈ, ਉਧਰੋਂ ਫਿਰਦਾ ਫਿਰਾਉਂਦਾ ਜਿਊਣਾ ਮੌੜ ਆ ਗਿਆ। ਜਿਊਣੇ ਨੇ ਪੁੱਛਿਆ ਕਿਉਂ ਵੀ ਸਰਦਾਰਾ, ਧੀ ਕਿਤੇ ਮੰਗੀ ਵਿਆਹੀ ਹੋਈ ਹੈ? ਜੱਟ ਨੇ ਕਿਹਾ ਜਿਊਣ ਸਿਆਂ ਮਸਾਂ 4 ਸਿਆੜ ਪਾੜ ਕੇ ਗੁਜ਼ਾਰਾ ਕਰੀਦਾ ਹੈ, ਧੀ ਵਿਆਹੁਣ ਜੋਗੀ ਤਾਕਤ ਕਿੱਥੇ। ਜਿਊਣੇ ਨੇ ਉਸੇ ਵੇਲੇ ਲੱਕ ਨਾਲੋਂ ਖੋਲ ਕੇ 100 ਦੀਆਂ 3 ਵਾਸਣੀਆਂ ਜੱਟ ਦੇ ਪੈਰ ਵਿੱਚ ਵਘਾ ਮਾਰੀਆਂ। ਕਿਹਾ ਲੈ ਜਾ ਕਰ ਧੀ ਦਾ ਪੁੰਨ ਨਾਤਾ, ਪਰ ਜੇ ਵਿੱਚੋਂ ਮੈਲ ਖੈਲ ਮਾਲੂਮ ਹੋਈ ਫੇਰ ਤੂੰ ਆਪਣਾ ਪੜਿਆ ਵਿਚਾਰੀ। ਅੱਜ ਕੱਲ੍ਹ ਦੇ ਵੀ ਮੁਸਟੰਡੇ ਸੂਰਮੇ ਬਣੇ ਫਿਰਦੇ ਨੇ, ਨਾ ਗਰੀਬ ਗਰੂਬੇ ਦੀ ਮੁਹੱਬਤ ਤੇ ਨਾ ਨੂੰਹ ਧੀ ਦੀ ਸਾਂਝ। ਉਹ ਕਹਿੰਦੇ ਸਾਨੂੰ ਵੀ ਸੂਰਮੇ ਮੰਨੋ। ਪੁਰਾਣੇ ਜ਼ਮਾਨੇ ਲੱਦ ਕੇ ਵਿਸਾਖਾ ਸਿਆਂ, ਅੱਜ ਕੱਲ੍ਹ ਤਾਂ ਰੱਛ ਪਰਾਲੀ ਹੋਰੀ ਹੋਇਆ ਫਿਰਦਾ। ਲੈ ਬਾਈ 12 ਸਿਆਂ 2 ਕਵਿਤ ਮਹਾਰਾਜ ਵਾਲੇ ਭਗਵਾਨ ਸਿੰਘ ਦੀ ਹੀਰ ਵਿੱਚੋਂ ਵੀ ਸੁਣਾ। ਹੀਰਾਂ ਤਾਂ ਹੋਰ ਕਵੀਆਂ ਨੇ ਵੀ ਲਿਖੀਆਂ ਹਨ, ਪਰ ਰੇਵੀਏ ਜਾਂਦੀ ਘੋੜੀ ਵਾਂਗੂ ਜਿਵੇਂ ਭਗਵਾਨ ਸਿੰਘ ਦੀ ਹੀਰ ਮੜਕ ਨਾਲ ਤੁਰਦੀ ਹੈ, ਕਿਸੇ ਹੋਰ ਕਵਿਤ ਵਿੱਚ ਇੰਨੀ ਚਟਕ ਨਹੀਂ। 12 ਸਿੰਘ ਕਿੱਸਾ ਖੋਲ ਕੇ ਲੈ ਤੈਨੂੰ ਮੈਂ ਸੁਣਾਉਂਦਾ, ਜਿੱਥੋਂ ਸੈਤੀ ਹੀਰ ਨੂੰ ਰਾਂਝੇ ਦੀ ਖਬਰ ਸੁਣਾਉਂਦੀ ਹੈ ਤੇ ਫਿਰ ਹੀਰ ਰਾਂਝੇ ਦਾ ਪਤਾ ਕਰਨ ਜਾਂਦੀ ਹੈ। ਭਾਬੀ ਸੁੰਦਰ ਸਰੂਪਨੀ, ਅਨੂਪ ਰੂਪ ਰੰਝਾਣੇ ਦਾ, ਪਤਲਾ ਪਤੰਗ ਜਿਵੇਂ ਦੇਖਦੇ ਹੀ ਰਹੀਏ ਨੀ, ਕੰਨੀ ਬਾਲੇ ਬੁੰਦੇ ਨੀ, ਫੁਲੇਲ ਭਿੰਨੇ ਜੁੰਡੇ ਨੀ, ਸੋਹਣੇ ਜਿਹੇ ਮੁੰਡੇ ਦੀ ਸਿਫਤ ਕੀਕੂ ਕਹੀਏ ਨੀ, ਛੱਡੀਏ ਨਾ ਬਾਂਹ ਜੇ ਪਨਾਹ ਹੋਵੇ ਦੋਸਤੀ ਦੀ,
ਇਹੋ ਜਿਹੇ ਯਾਰਾਂ ਦੇ ਹਜ਼ਾਰ ਦੁੱਖ ਸਹੀਏ ਨੀ। ਖੌਫ ਮੈਨੂੰ ਮਾਪਿਆਂ ਦਾ ਮਾਰੇ ਭਗਵਾਨ ਸਿੰਘਾ। ਨਹੀਂ ਲਾਭੀ ਭੂਤ ਵਾਕੀ ਦੁਆਰੇ ਡਿੱਗੇ ਰਹੀਏ ਨੀ। ਜਾਏ ਕੇ ਜਟੇਟੀ ਡਿਠਾ ਪੁੱਛਦੀ ਰੰਝੇਟੜੇ ਨੂੰ, ਦੱਸੋ ਨੀ ਗਵਾਂਢਣੇ ਰੰਝੇਟਾ ਕਿੱਥੋਂ ਹੁੰਦੜਾ। ਤਖਤ ਹਜ਼ਾਰੇ ਵਾਲਾ ਮਾਹੀ ਜਿਹੜਾ ਚੂਚਕੇ ਦਾ, ਸੁੰਦਰ ਸਰੂਪ ਸੋਹਣਾ ਸਾਂਵਲਾ ਜੇ ਮੁੰਦੜਾ। ਵੰਜਲੀ ਵਜਾਏ ਨਾਲੇ ਚਾਰਦਾ ਸੀ ਮੱਝੀਆਂ ਨੂੰ, ਕੰਨ ਵਿੱਚ ਰੱਖਦਾ ਸੁਨਹਿਰੀ ਜਿਹੜਾ ਬੁੰਦੜਾ। ਚਾਕ ਦੀ ਨਿਸ਼ਾਨੀ ਤੈਨੂੰ ਦੱਸਾਂ ਭਗਵਾਨ ਸਿੰਘਾ, ਤੇੜ ਸੂਹੀ ਲੂੰਗੀ ਤੇ ਫਲੇਲ ਭਿੰਨਾ ਜੁੰਡੜਾ। ਵਾਹ ਏ ਭਗਵਾਨ ਸਿੰਘਾ, ਨਹੀਂ ਰੀਸਾਂ ਮਾਂ ਦੇ ਪੁੱਤ ਦੀਆਂ। ਉਹ ਸੋਹਣੀ ਸਦਾ ਰਾਮ ਤੇ ਫਜ਼ਲ ਦੀ ਵੀ ਕਹਿੰਦੇ ਨੇ ਚੰਗੀ ਹੈ। ਜਾਨੀ ਚੋਰ ਕਿਸ਼ੋਰ ਚੰਦ ਨੇ ਵੀ ਵਧੀਆ ਲਿਖਿਆ ਹੈ, ਪਰ ਭਗਵਾਨ ਸਿੰਘ ਨਾਲ ਦਾ ਕਵਿਤ ਕਿਸੇ ਨੇ ਨਹੀਂ ਲਿਖਣਾ। ਇਸ ਤਰ੍ਹਾਂ ਇਹ ਸਮੀਖਿਆ ਦੀ ਸਭਾ ਆਪਣੀ ਪੜਚੋਲ ਦੇ ਸਿੱਟੇ ਕੱਢ ਕੇ ਵਿਛੜਦੀ ਹੈ। ਗੱਲਾਂ ਕਰਦਿਆਂ ਕਰਦਿਆਂ, ਖੇਡਾਂ ਖੇਡਦਿਆਂ ਖੇਡਦਿਆਂ, ਪਿੰਡ ਦਾ ਹਾਣ ਲਾਭ ਵਿਚਾਰਦਿਆਂ, ਆਪਣੀ ਵੜੰਤਣ ਦੀ ਅਗਲੀ ਪੀੜ੍ਹੀ ਉੱਤੇ ਪ੍ਰਭਾਵ ਜਮਾਉਂਦਿਆਂ, ਆਸ਼ਕਾਂ ਮਸ਼ੂਕਾਂ ਡਾਕੂਆਂ ਦੀਆਂ ਵਾਰਤਾ ਸੁਣਦਿਆਂ ਸੁਣਾਉਂਦਿਆਂ ਨੂੰ ਦੁਪਹਿਰ ਢਲ ਜਾਂਦੀ ਹੈ। ਦੁਪਹਿਰਾਂ ਦੀਆਂ ਗਰਮੀਆਂ ਕੱਟਣ ਲਈ ਮਿਲ ਬੈਠੀਆਂ ਇਹ ਮੀਟਿੰਗਾਂ ਅੱਜ ਦਾ ਏਜੰਡਾ ਮੁਕਾ ਕੇ ਅਣਮਿੱਥੇ ਸਮੇਂ ਲਈ ਉੱਠ ਜਾਂਦੀਆਂ ਹਨ। ਧੰਨਵਾਦ।